ਅੱਜ ਦਾ ਸਾਡਾ ਪਾਠ ਨੰਬਰ ਹੈ 15, ਜਿਸ ਦਾ ਨਾਮ ਹੈ ਮੇਰੇ ਦਾਦੀ ਜੀ, ਜੋ ਲਿਖਿਆ ਗਿਆ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ। ਇੱਥੇ ਲਿਖਿਆ ਹੈ ਕਿ ਮੇਰੇ ਦਾਦੀ ਜੀ ਪੰਜਾਬੀ ਦੇ ਪ੍ਰਸਿੱਧ ਵਾਰਤਕ ਲੇਖਕ ਅਤੇ ਸ਼ੈਲੀਕਾਰ ਗੁਰਬਖਸ਼ ਸਿੰਘ ਦੀ ਕਿਤਾਬ ਮੇਰੀਆਂ ਭੁੱਲ ਯਾਦਾਂ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਲੇਖ ਯਾਦ ਹੈ। ਮਤਲਬ ਹੁਣ ਇੱਥੇ ਪਹਿਲਾਂ ਤਾਂ ਹੁੰਦਾ ਕਿ ਉਹ ਕੌਣ ਸਨ ਜਿਹੜੇ ਗੁਰਬਖਸ਼ ਸਿੰਘ ਪ੍ਰੀਤਲੜੀ ਸਨ, ਇਹ ਵਾਰਤਕ ਲੇਖਕ ਸਨ। ਵਾਰਤਕ ਲੇਖਕ ਕੌਣ ਹੁੰਦਾ ਵਾ? ਵਾਰਤਕ ਲੇਖਕ ਬੇਸਿਕਲੀ ਉਹ ਰਾਈਟਰ ਹੁੰਦਾ ਵਾ ਜਿਹੜਾ ਆਪਣੀ ਜ਼ਿੰਦਗੀ ਦੇ ਤਜਰਬੇ ਭਾਵ ਐਕਸਪੀਰੀਅੰਸਿਸ ਨੂੰ ਵਰਡਸ ਦੇ ਥਰੂ ਐਕਸਪ੍ਰੈਸ ਕਰਕੇ ਇੱਕ ਆਡੀਅੰਸ ਨੂੰ ਮਤਲਬ ਪ੍ਰੈਜ਼ੈਂਟ ਕਰਦਾ ਵਾ, ਉਹਨੂੰ ਆਪਾਂ ਕਹਿੰਦੇ ਵਾਰਤਕ ਲੇਖਕ। ਔਰ ਉਹ ਵਾਰਤਕ ਲੇਖਕ ਦੇ ਨਾਲ ਨਾਲ ਸ਼ੈਲੀਕਾਰ ਸੀ। ਸ਼ੈਲੀਕਾਰ ਹੁੰਦਾ ਸਟਾਈਲਿਸਟ, ਠੀਕ ਹੈ। ਤਾਂ ਇਹ ਜਿਹੜਾ ਪਾਠ ਹੈ ਮੇਰੇ ਦਾਦੀ ਜੀ, ਇਹ ਉਹਨਾਂ ਦੀ ਕਿਤਾਬ ਮੇਰੀਆਂ ਭੁੱਲ ਯਾਦਾਂ ਦਾ ਇੱਕ ਪਾਠ ਹੈ, ਮਤਲਬ ਉਹਦਾ ਇੱਕ ਚੈਪਟਰ ਹੈ। ਇਸ ਤੋਂ ਅੱਗੇ ਲਿਖਿਆ ਹੈ ਕਿ ਲੇਖਕ ਦੇ ਦੱਸਣ ਮੁਤਾਬਕ ਉਸ ਦੇ ਦਾਦੀ ਜੀ 96 ਵਰ੍ਹਿਆਂ ਦੇ ਬੁੱਢੇ ਸਨ। ਮਤਲਬ 96 ਵਰ੍ਹਿਆਂ ਦੇ ਬੁੱਢੇ ਮਤਲਬ ਦੇ ਵਰ 96 ਈਅਰਸ ਓਲਡ। ਕੱਦ ਉਹਨਾਂ ਦਾ 4.5 ਫੁੱਟ ਸੀ, ਮਤਲਬ ਕੱਦ ਹੁੰਦਾ ਹਾਈਟ ਵੱਲੋਂ ਲਗਭਗ 4.5 ਫੁੱਟ ਦੇ ਸੀ, ਮਤਲਬ 4.5 ਫੀਟ। ਉਹ ਖੁਸ਼ ਮਿਜਾਜ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਆਪਣੇ ਆਪ ਵਿੱਚ ਉਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਸਨ। ਨਮੂਨੇ ਦੀ ਇੱਥੇ ਵੈਸੇ ਟਰਾਂਸਲੇਸ਼ਨ ਲਿਖੀ ਹੈ ਸੈਂਪਲ, ਪਰ ਇਹ ਪੂਰੀ ਲਾਈਨ ਦੇ ਕੰਟੈਕਸਟ ਦੇ ਵਿੱਚ ਇਹਦਾ ਮਤਲਬ ਕੀ ਹੈ? ਪੁਰਾਤਨ ਸਿੱਖ ਦਾ ਨਮੂਨਾ, ਕਿ ਜਿਸ ਤਰੀਕੇ ਦੇ ਪੁਰਾਤਨ ਸਿੱਖ ਸਨ ਹੂਬਹੂ ਉਸੇ ਤਰੀਕੇ ਦੇ ਇਹ ਸਨ। ਮਤਲਬ ਆਪਾਂ ਇਹਨਾਂ ਨੂੰ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹਾਂ ਪੁਰਾਤਨ ਸਿੱਖਾਂ ਦਾ, ਠੀਕ ਹੈ। ਉਹ ਹਰ ਧਰਮ ਸਮਝ ਕੇ ਕਰਦੇ ਸਨ, ਵੀ ਮਤਲਬ ਜਿਹੜਾ ਵੀ ਕੰਮ ਕਰਦੇ ਸੀ ਧਰਮ ਸਮਝ ਕੇ ਕੰਮ ਕਰਦੇ ਸੀ, ਵੀ ਧਰਮ ਨਾਲ ਕੰਮ ਕਰਦੇ ਸੀ। ਧਰਮ ਉਹਨਾਂ ਦੀ ਨਜ਼ਰ ਵਿੱਚ ਕੋਈ ਸਿਧਾਂਤ ਜਾਂ ਅਕੀਦਾ ਨਹੀਂ, ਸਗੋਂ ਸਮੁੱਚਾ ਜੀਵਨ ਹੀ ਧਰਮ ਸੀ। ਹੁਣ ਸਿਧਾਂਤ ਹੁੰਦਾ ਪ੍ਰਿੰਸੀਪਲ ਔਰ ਅਕੀਦਾ ਹੁੰਦਾ ਵਾ ਸ਼ਰਧਾ, ਆਵੇ ਜਿਵੇਂ ਇੱਥੇ ਲਿਖਿਆ ਹੋਇਆ ਸ਼ਰਧਾ ਜਾਂ ਸਿੱਧ, ਠੀਕ ਹੈ। ਵੀ ਮਤਲਬ ਉਹਨਾਂ ਲਈ ਇਹ ਸੀਗਾ ਵੀ ਉਹ ਧਰਮ ਉਹਨਾਂ ਲਈ ਨਾ ਤਾਂ ਕੋਈ ਪ੍ਰਿੰਸੀਪਲ ਸੀਗਾ ਨਾ ਹੀ ਕੋਈ ਸ਼ਰਧਾ ਸੀਗੀ, ਬਲਕਿ ਉਹਨਾਂ ਦਾ ਸਮੁੱਚਾ ਜੀਵਨ ਹੀ ਧਰਮ ਸੀਗਾ, ਕਿ ਮਤਲਬ ਉਹ ਧਰਮ ਦੇ ਪਾਥ ਨੂੰ ਹੀ ਫੋਲੋ ਕਰਦੇ ਸੀ, ਠੀਕ ਹੈ। ਇਹਦੇ ਬਾਅਦ ਲਿਖਿਆ ਹੈ ਕਿ ਭਾਵੇਂ ਅਖੌਤੀ ਤੌਰ 'ਤੇ ਉਹ ਅਨਪੜ੍ਹ ਸਨ, ਪਰ ਉਹਨਾਂ ਨੂੰ ਬੇਅੰਤ ਲੋਕ ਗੀਤ ਕਥਾ ਕਹਾਣੀਆਂ ਯਾਦ ਸਨ। ਅਖੌਤੀ ਮੀਨਸ ਸੋ ਕਾਲਡ ਤੌਰ 'ਤੇ, ਮਤਲਬ ਸੋ ਕਾਲਡ ਉਹ ਇਲਿਟਰੇਟ ਸੀਗੇ, ਬਟ ਉਹਨਾਂ ਨੂੰ ਬਹੁਤ ਸਾਰੀਆਂ ਕਹਾਣੀਆਂ ਵਗੈਰਾ ਯਾਦ ਸੀ। ਲੋਕ ਗੀਤ ਕਥਾ ਕਹਾਣੀਆਂ ਯਾਦ ਸਨ। ਸਹੀ ਅਰਥਾਂ ਵਿੱਚ ਉਹ ਲੋਕ ਜੀਵਨ ਜਾਣਦਾ ਇੱਕ ਮੁਜੱਸਮਾ ਸਨ। ਮੁਜੱਸਮਾ ਹੁੰਦਾ ਫਿਗਰੀਨ, ਜਿਹਨੂੰ ਆਪਾਂ ਕਹਿੰਦੇ ਮੂਰਤੀ ਸਨ, ਵੀ ਲੋਕ ਜੀਵਨ ਦੀ ਉਹ ਮੂਰਤੀ ਸਨ। ਕੁਦਰਤ ਦਾ ਉਹ ਬਹੁਤ ਸਤਿਕਾਰ ਕਰਦੇ ਸਨ। ਵਹਿਮਾਂ ਭਰਮਾਂ ਵਿੱਚ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ। ਮਤਲਬ ਜੋ ਪੁਰਾਣੇ ਸਮੇਂ ਵਿੱਚ ਪ੍ਰਚਲਿਤ ਵਹਿਮ ਭਰਮ ਸਨ ਜਾਂ ਜੋ ਗੱਲਾਂ ਸਨ, ਉਹਨਾਂ ਵਿੱਚ ਉਹਨਾਂ ਦਾ ਪੂਰਨ ਤੌਰ 'ਤੇ ਵਿਸ਼ਵਾਸ ਸੀ। ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹ ਪੂਰਾ ਸਤਿਕਾਰ ਪ੍ਰਗਟ ਕਰਦੇ ਸਨ। ਪਰ ਹਰ ਪੂਰਨ ਚੰਦ ਪੂਰਨਮਾਸ਼ੀ ਜਾਂ ਜਿਹਨੂੰ ਆਪਾਂ ਪੁੰਨਿਆ ਕਹਿੰਦੇ ਹਾਂ, ਜਦੋਂ ਫੁੱਲ ਮੂਨ ਹੁੰਦਾ ਵਾ ਰਾਤ ਨੂੰ, ਸਮੇਂ ਵਰਤ ਵੀ ਰੱਖਦੇ ਸਨ, ਵੀ ਮਤਲਬ ਉਸ ਦਿਨ ਉਹ ਫਾਸਟ ਰੱਖਦੇ ਸਨ, ਵੀ ਕੁਛ ਖਾਂਦੇ ਵਗੈਰਾ ਨਹੀਂ ਸਨ। ਹਰ ਇਨਸਾਨ ਦੇ ਦੁੱਖ ਸੁੱਖ ਵਿੱਚ ਉਹ ਸ਼ਾਮਲ ਹੁੰਦੇ ਸਨ। ਸੰਨ 1930 ਈਸਵੀ ਵਿੱਚ ਉਹ 100 ਸਾਲਾਂ ਦੀ ਉਮਰ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ, ਭਾਵ ਕਿ ਉਹ ਮਰ ਚੁੱਕੇ ਸਨ ਵੀ ਸੰਨ 1930 ਦੇ ਕਰੀਬ। ਉਹਨਾਂ ਦੇ ਕੋਮਲ ਹਿਰਦੇ ਦੀਆਂ ਕਈ ਗੱਲਾਂ ਘਰਦਿਆਂ ਨੂੰ ਉਦੋਂ ਪਤਾ ਚੱਲਦੀਆਂ ਜਦੋਂ ਗੁਆਂਢੀ ਲੋਕ ਅਫਸੋਸ ਕਰਨ ਲਈ ਉਹਨਾਂ ਦੇ ਘਰ ਆਉਂਦੇ। ਮਤਲਬ ਇਹ ਕਹਿ ਰਿਹਾ ਕਿ ਲੋਕਾਂ ਦੇ ਉਹ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ, ਜਾਂ ਉਹ ਜਿਹੜੇ ਚੰਗੇ ਕਰਮ ਕਰਦੇ ਸਨ ਉਹ ਚੰਗੇ ਕਰਮਾਂ ਬਾਰੇ ਆ ਕੇ ਕਿਸੇ ਨੂੰ ਦੱਸਦੇ ਨਹੀਂ ਸਨ ਘਰੇ, ਪਰ ਜਦੋਂ ਮਰੇ ਉਹ ਵੀ, ਜਦੋਂ ਉਹਨਾਂ ਦੇ ਜਿਹੜੇ ਆਸੇ ਪਾਸੇ ਦੇ ਲੋਕ ਸੀਗੇ ਜਾਂ ਰਿਸ਼ਤੇਦਾਰ ਸੀਗੇ ਜਿਹੜੇ ਉਹਨਾਂ ਦਾ ਅਫਸੋਸ ਕਰਨ ਘਰ ਆਏ, ਮਤਲਬ ਇਹਨਾਂ ਦੇ ਮਾਂ ਬਾਪ ਕੋਲ ਆਏ, ਲੇਖਕ ਦੇ ਮਾਂ ਬਾਪ ਕੋਲ ਆਏ, ਤਾਂ ਉਹਨਾਂ ਨੂੰ ਉਹਨਾਂ ਦੀਆਂ ਇਹ ਜਿਹੜੇ ਕਰਮਾਂ ਬਾਰੇ ਪਤਾ ਚੱਲਿਆ, ਸਹੀ ਚੰਗੇ ਕਰਮਾਂ ਬਾਰੇ। ਤਾਂ ਇਸ ਤੋਂ ਬਾਅਦ ਲਿਖਿਆ ਕਿ ਸਹੀ ਅਰਥਾਂ ਵਿੱਚ ਉਹ ਬਹੁਤ ਚੰਗੇ ਅਤੇ ਨੇਕ ਇਨਸਾਨ ਸਨ। ਹੁਣ ਅੱਗੇ ਆਪਾਂ ਪੜ੍ਹਾਂਗੇ ਕਿ ਇਸ ਪਾਠ ਦੇ ਉਦੇਸ਼ ਕੀ ਹਨ। ਮੇਰੇ ਦਾਦੀ ਜੀ ਯਾਦ ਨੂੰ ਪੜ੍ਹ ਕੇ, ਯਾਦ ਹੁੰਦਾ ਮੈਮਰੀ, ਮਤਲਬ ਇਹ ਮੈਮਰੀ ਹੈ, ਲੇਖਕ ਦੀ ਮੈਮਰੀ ਹੈ। ਤਾਂ ਇੱਥੇ ਰੈਫਰ ਕਰ ਰਿਹਾ ਕਿ ਮੇਰੀ ਦਾਦੀ ਜੀ ਮੈਮਰੀ ਨੂੰ ਪੜ੍ਹ ਕੇ ਤੁਸੀਂ ਹੇਠ ਲਿਖੀਆਂ ਗੱਲਾਂ ਆਰਾਮ ਨਾਲ ਸਮਝ ਸਕੋਗੇ ਕਿ ਮੇਰੇ ਦਾਦੀ ਜੀ ਯਾਰ ਦੇ ਯਾਰ, ਫਿਰ ਹੈ ਵਿਆਖਿਆ ਅਤੇ ਟਿੱਪਣੀ, ਫਿਰ ਹੈ ਯਾਦ ਵਾਰਤਕ ਰੂਪਕਾਰ ਬਾਰੇ ਕੁਝ ਜ਼ਰੂਰੀ ਗੱਲਾਂ, ਫਿਰ ਹੈ ਜੀਵਨ ਅਤੇ ਰਚਨਾ। ਹੁਣ ਆਪਾਂ ਪੜ੍ਹਾਂਗੇ ਮੇਰੇ ਦਾਦੀ ਜੀ। ਆਓ ਪਹਿਲਾਂ ਮੇਰੀਆਂ ਭੁੱਲ ਯਾਦਾਂ ਕਿਤਾਬ ਨਾਲ ਸੰਬੰਧਿਤ ਮੇਰੇ ਦਾਦੀ ਜੀ ਯਾਦ ਨੂੰ ਪੜ੍ਹ ਕੇ ਅਸੀਂ ਆਪਣਾ ਨੇੜੇ ਦਾ ਰਾਬਤਾ ਕਾਇਮ ਕਰੀਏ, ਵੀ ਮਤਲਬ ਆਪਾਂ ਨੇੜੇ ਦਾ ਕਨੈਕਸ਼ਨ ਇਸਟੈਬਲਿਸ਼ ਕਰੀਏ। ਤਾਂ ਇੱਥੇ ਕਿਹਾ ਗਿਆ ਕਿ ਆਪਾਂ ਜਿਹੜੀ ਬੁੱਕ ਹੈ ਰਾਈਟਰ ਦੁਆਰਾ ਲਿਖੀ ਗਈ, ਕਿਹੜੀ ਬੁੱਕ ਹੈ ਉਹ? ਮੇਰੀਆਂ ਭੁੱਲ ਯਾਦਾਂ। ਉਹਦੇ ਵਿੱਚ ਲੇਖਕ ਨੇ ਇੱਕ ਚੈਪਟਰ ਦੇ ਤੌਰ 'ਤੇ ਇੱਕ ਜਿਹੜੀ ਆਪਣੀ ਮੈਮਰੀ ਹੈ, ਮੈਮਰੀ ਦਾ ਨਾਮ ਕੀ ਹੈ? ਮੇਰੇ ਦਾਦੀ ਜੀ, ਉਹਨੂੰ ਲਿਖਿਆ ਹੋਇਆ ਵਾ, ਅਤੇ ਆਪਾਂ ਉਹਦੇ ਨਾਲ ਆਪਣਾ ਖੁਦ ਦਾ ਕਨੈਕਸ਼ਨ ਇਸਟੈਬਲਿਸ਼ ਕਰਦੇ ਹਾਂ। ਮੇਰੇ ਦਾਦੀ ਜੀ ਯਾਦ ਦੇ ਮੂਲ ਪਾਠ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਇਸ ਦੇ ਹੇਠ ਲਿਖੇ 3 ਹਿੱਸਿਆਂ ਵਿੱਚ ਵੰਡ ਲਿਆ ਹੈ। ਮੂਲ ਪਾਠ ਦੇ ਇਹ 3 ਹਿੱਸੇ ਇਸ ਪ੍ਰਕਾਰ 'ਚ ਹਨ, ਵੀ ਮਤਲਬ ਆਪਾਂ ਪੂਰਾ ਚੈਪਟਰ ਸਮਝ ਲਿਆ, ਉਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ। ਉਹ 'ਚੋਂ ਸਭ ਤੋਂ ਪਹਿਲਾ ਪਾਰਟ ਹੈ ਭਾਗ ਪਹਿਲਾ, ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ। ਇਹ ਮਤਲਬ ਲੇਖਕ ਦੱਸ ਰਿਹਾ ਵਾ ਆਡੀਅנס ਨੂੰ ਸੰਬੋਧਨ ਕਰਦੇ ਹੋਏ ਆਪਣੀ ਰਾਈਟਿੰਗ ਦੇ ਥਰੂ। ਉਹ ਕਹਿ ਰਿਹਾ ਕਿ ਮੇਰੇ ਦਾਦੀ ਜੀ ਬਹੁਤ ਬੁੱਢੇ ਹਨ।
3 ਉੱਪਰ 93 ਵਰਿਆਂ ਦੇ। 3 ਉੱਪਰ 93 ਵਰੇ ਮੀਨਸ 3/93, ਵੀ ਇਹ ਬੋਲਣ ਦਾ ਇੱਕ ਢੰਗ ਹੈ ਕਿ 3 ਉੱਪਰ 93 ਕਹਿਣਾ ਉਹ ਚਾਹੁੰਦੇ ਵੀ 96 ਵਰਿਆਂ ਦੇ, ਮਤਲਬ 96 ਈਅਰ ਦੀ ਉਹਨਾਂ ਦੀ ਏਜ ਹੈ। ਇਹ ਛੋਟੇ ਹਨ, ਬਹੁਤ ਛੋਟੇ, ਮਸਾਂ 4 ਤੇ ਅੱਧਾ 4 ਫੁੱਟ। ਇਹ ਉਹਨਾਂ ਦੀ ਹਾਈਟ ਨੂੰ ਰੈਫਰ ਕੀਤਾ ਗਿਆ ਕਿ ਉਹ 4.5 ਫੀਟ ਦੇ ਅਰਾਊਂਡ ਉਹਨਾਂ ਦੀ ਹਾਈਟ ਸੀਗੀ। ਇਹ ਖੁਸ਼ ਹਨ, ਬੜੇ ਖੁਸ਼, ਜੀਕਰ ਸੁਨਹਿਰੀਆਂ ਕਿਰਮਾਂ ਚੁੰਮਿਆ ਕੰਵਲ। ਜੀਕਰ ਦਾ ਹੁੰਦਾ ਮਤਲਬ ਜਿਵੇਂ, ਔਰ ਇੱਥੇ ਮਤਲਬ ਉਹਨਾਂ ਦੇ ਸੁਭਾਅ ਬਾਰੇ ਦੱਸਿਆ ਜਾ ਰਿਹਾ ਕਿ ਉਹ ਬੜੇ ਖੁਸ਼ ਮਿਜਾਜ ਹਨ। ਔਰ ਅੱਗੇ ਉਹਨਾਂ ਨੂੰ ਉਹਨਾਂ ਦੇ ਸੁਭਾਅ ਨੂੰ ਕੋਰਿਲੇਟ ਕੀਤਾ ਗਿਆ ਕਾਹਦੇ ਨਾਲ, ਕਿ ਜਿਵੇਂ ਕਮਲ ਦਾ ਫੁੱਲ, ਕਮਲ ਦੇ ਫੁੱਲ 'ਤੇ ਸੁਨਹਿਰੀ ਕਿਰਨਾਂ ਪੈਂਦੀਆਂ ਔਰ ਉਹ ਖਿੜ ਕੇ ਸਾਹਮਣੇ ਆਉਂਦਾ, ਉਸੇ ਤਰੀਕੇ ਨਾਲ ਇਹਨਾਂ ਦੇ ਦਾਦੀ ਜੀ ਦਾ ਸੁਭਾਅ ਖਿੜਿਆ ਹੋਇਆ ਸੀ। ਇਹ ਕੋਮਲ ਹਨ, ਬੜੇ ਕੋਮਲ, ਉਸ ਨਿੱਕੀ ਨਦੀ ਵਾਂਗ ਜਿਹੜੇ ਮਹਿਕਦੇ ਬਾਗ ਖਿੜਦੇ ਬੂਟਿਆਂ ਨੂੰ ਛੂੰਹਦੀ ਹੋਈ ਲੰਘਦੀ ਹੈ। ਮਤਲਬ ਇੱਥੇ ਫਿਰ ਤੋਂ ਉਹਨਾਂ ਦੇ ਮਤਲਬ ਸੁਭਾਅ, ਨਰਮ ਸੁਭਾਅ ਬਾਰੇ ਹੀ ਐਗਜ਼ਾਮਪਲ ਦਿੱਤੀ ਗਈ ਹੈ। ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ। ਇਹਨਾਂ ਦੇ ਦੁਆਲੇ ਸੈਂਕੜੇ ਨਵੇਂ ਖਿਆਲ ਉੱਠਦੇ, ਪਰ ਇਹਨਾਂ ਨੂੰ ਬਿਨਾਂ ਛੂਏ ਮੁੱਕ ਜਾਂਦੇ। ਇੱਥੇ ਬੇਸਿਕਲੀ ਦੱਸਿਆ ਰਿਹਾ ਕਿ ਇਹ ਟ੍ਰੈਡੀਸ਼ਨਲੀ ਔਰ ਪ੍ਰੋਪਰ ਸਿੱਖ ਲਾਈਫ ਸਟਾਈਲ ਨੂੰ ਫੋਲੋ ਕਰਦੇ ਸਨ। ਸਿੱਖਾਂ ਦੇ ਜਿਹੜਾ ਜੀਵਨ ਸੀਗਾ, ਜੀਵਨ ਜਾਂਚ, ਉਹਨੂੰ ਫੋਲੋ ਕਰਦੇ ਸੀ। ਔਰ ਜਿਹੜੀਆਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਨੇਕਾਂ ਪਰਿਵਰਤਨ ਹੁੰਦੇ ਰਹਿੰਦੇ, ਵੀ ਕੁਛ ਨਵੀਆਂ ਚੀਜ਼ਾਂ ਉੱਠਦੀਆਂ ਰਹਿੰਦੀਆਂ, ਕੁਛ ਨਵੇਂ ਮੱਤ ਵਿਚਾਰ ਬਣਦੇ ਰਹਿੰਦੇ, ਪਰ ਉਹਨਾਂ ਦਾ ਇਹਨਾਂ 'ਤੇ ਕੋਈ ਅਸਰ ਨਾ ਹੁੰਦਾ। ਇਸ ਤੋਂ ਬਾਅਦ ਲਿਖਿਆ ਹੈ ਕਿ ਬੱਦਲ ਕਾਲੇ ਹੋਣ ਜਾਂ ਧੁੱਪਾਂ ਲਿਸ਼ਕਦੀਆਂ ਹੋਣ, ਲਿਸ਼ਕਦੀਆਂ ਹੁੰਦੀਆਂ, ਸ਼ਾਈਨਿੰਗ, ਮੀਂਹ ਵਰਦੇ ਹੋਣ ਜਾਂ ਧਰਤੀ ਭਖਦੀ ਹੋਵੇ, ਇਹ ਪਥਰੀਲੀ ਪਹਾੜੀ ਦੇ ਸਿਖਰ ਉੱਤੇ ਸੰਗਮਰਮਰ ਦੇ ਮੰਦਰ ਵਾਂਗ ਉਹਨਾਂ ਤਬਦੀਲੀਆਂ ਉੱਤੇ ਮੁਸਕਰਾਉਂਦੇ ਹਨ ਜਿਹੜੀਆਂ ਇਹਨਾਂ ਨੂੰ ਤਬਦੀਲ ਨਹੀਂ ਕਰਦੀਆਂ। ਮਤਲਬ ਫਿਰ ਇੱਥੇ ਐਗਜ਼ਾਮਪਲ ਦਿੱਤਾ ਗਿਆ ਵੀ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਦਾ ਸੁਭਾਅ ਆ ਉਹ ਟਾਈਮ ਦੇ ਨਾਲ ਚੇਂਜ ਨਹੀਂ ਹੋ ਰਿਹਾ, ਔਰ ਜੋ ਲਾਈਫ ਦੇ ਵਿੱਚ ਚੇਂਜਸ ਆ ਰਹੀਆਂ ਵਾ ਉਹਨਾਂ ਨਾਲ ਚੇਂਜ ਨਹੀਂ ਹੋ ਰਿਹਾ। ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਵੀ ਰੱਖਦੇ ਹਨ, ਸਭ ਨੂੰ ਧਰਮ ਸਮਝ ਕੇ। ਇੱਥੇ ਫਿਰ ਤੋਂ ਦੱਸਿਆ ਜਾ ਰਿਹਾ ਵੀ ਉਹਨਾਂ ਦਾ ਜੀਵਨ ਜਾਂਚ ਕਿਸ ਤਰੀਕੇ ਦਾ ਸੀਗਾ। ਔਰ ਇਹ ਕਹਿੰਦੇ ਵੀ ਵਰਤ ਵੀ ਰੱਖਦੇ, ਮਤਲਬ ਫਾਸਟ ਵੀ ਰੱਖਦੇ ਸਨ। ਕੰਮ ਕਰਦੇ ਧਰਮ ਸਮਝ ਕੇ, ਆਰਾਮ ਕਰਦੇ ਧਰਮ ਸਮਝ ਕੇ। ਇਹਨਾਂ ਲਈ ਧਰਮ ਕੋਈ ਸਿਧਾਂਤ ਨਹੀਂ, ਅਕੀਦਾ ਨਹੀਂ, ਸਮੁੱਚਾ ਜੀਵਨ ਹੈ। ਇਹ ਵੀ ਜਿਵੇਂ ਮੈਂ ਉੱਪਰ ਸਮਝਾਈ ਚੁੱਕਿਆ ਵਾਂ ਵੀ ਇਸ ਇੰਟਰੋਡਕਸ਼ਨ ਦੇ ਵਿੱਚ ਹੀ, ਵੀ ਇਹ ਸਾਰਾ ਕੰਮ ਹੀ ਧਰਮ ਸਮਝ ਕੇ ਕਰਦੇ ਸਨ। ਇਸ ਦੇ ਬਾਅਦ ਹੈ ਕਿ ਇਹਨਾਂ ਵਿੱਚ ਧਰਮ ਦੇ ਮਿੱਠੇ ਮਿੱਠੇ ਵਹਿਮਾਂ ਭਰਮਾਂ ਦੀ ਪਵਿੱਤਰਤਾ ਹੈ। ਮਤਲਬ ਉਹ ਵੀ ਧਰਮ ਦੇ ਅਨੁਸਾਰ ਨਾ, ਕਿ ਕਈ ਵਾਰੀ ਐਂ ਹੁੰਦਾ ਨਾ ਸੋਸਾਇਟੀ 'ਚ ਕੋਈ ਗੱਲਾਂ ਪ੍ਰਚਲਿਤ ਹੋ ਜਾਂਦੀਆਂ ਵਾ, ਆਵੇ ਜਿਵੇਂ ਐਗਜ਼ਾਮਪਲ ਦਿੱਤੇ ਹੋਏ ਅੱਗੇ, ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਹੋ ਕੇ ਚਲਾ ਜਾਏ, ਮਤਲਬ ਅਨਸੈਟਿਸਫਾਈਡਲੀ ਚਲਾ ਜਾਏ, ਤਾਂ ਇਹ ਕਹਿੰਦੇ ਹਨ ਕਿ ਕੋਈ ਦੁੱਖ ਹੋਣ ਵਾਲਾ ਹੈ। ਇਹ ਵੀ ਇੱਕ ਪ੍ਰਚਲਿਤ ਭਰਮ ਹੈ ਵੀ ਅਗਰ ਕੋਈ ਰੁੱਸ ਕੇ ਚਲਾ ਜਾਵੇ ਤਾਂ ਕਹਿੰਦੇ ਆ ਵੀ ਕੋਈ ਦੁੱਖ ਹੋਣ ਵਾਲਾ ਹੈ। ਉਹ ਗੱਲ 'ਚ ਬਿਲੀਵ ਕਰਦੇ। ਔਰ ਅਗਲਾ ਐਗਜ਼ਾਮਪਲ ਹੈ ਕਿ ਕਿਸੇ ਫਕੀਰ ਦਾ ਨਿਰਾਦਰ ਮੀਨਸ ਡਿਸਰਿਸਪੈਕਟ ਹੋ ਜਾਏ ਤਾਂ ਕਹਿੰਦੇ ਨੁਕਸਾਨ ਹੋਣ ਵਾਲਾ ਹੈ। ਇਹ ਵੀ ਉਸੇ ਨੂੰ ਮਤਲਬ ਸਟੇਟਮੈਂਟ ਨੂੰ ਜਸਟੀਫਾਈ ਕਰਦਾ ਹੋਇਆ ਇੱਕ ਐਗਜ਼ਾਮਪਲ ਹੈ। ਫਿਰ ਇਹਦੇ ਬਾਅਦ ਦੱਸਿਆ ਕਿ ਇਹ ਹਰ ਪੂਰਨ ਚੰਦ ਬ੍ਰੈਕਟ 'ਚ ਲਿਖਿਆ ਪੂਰਨਮਾਸ਼ੀ ਸਮੇਂ, ਜਾਂ ਆਪਾਂ ਕਹਿ ਸਕਦੇ ਫੁੱਲ ਮੂਨ ਦੇ ਟਾਈਮ 'ਤੇ ਇੱਕ ਵਰਤ ਰੱਖਦੇ ਸਨ। ਚੰਗੇ ਸ਼ਗਨਾਂ ਵਿੱਚ ਵਿਸ਼ਵਾਸ ਰੱਖਦੇ ਸਨ, ਕਿਸੇ ਨੂੰ ਪਿੱਛੋਂ ਆਵਾਜ਼ ਨਹੀਂ ਮਾਰਦੇ, ਕਿਸੇ ਨੂੰ ਘਰੋਂ ਜਾਂਦੇ ਹੋਏ ਨਾਰਾਜ਼ ਨਹੀਂ ਹੋਣ ਦਿੰਦੇ, ਦੂਜੇ ਦੇ ਖਿਆਲ ਨਾਲ ਭਰਪੂਰ, ਮਿੱਠੇ ਤੇ ਮੁਸਕਰਾਉਂਦੇ, ਗੁੱਸੇ ਤੋਂ ਬਿਲਕੁਲ ਖਾਲੀ ਹਨ। ਇਹ ਦੱਸਿਆ ਗਿਆ ਵੀ ਜਿਵੇਂ ਚੰਗੇ ਸ਼ਗਨਾਂ ਵਿੱਚ ਇਹ ਵਿਸ਼ਵਾਸ ਰੱਖਦੇ ਸਨ, ਵੀ ਇਹ ਫਿਰ ਤੋਂ ਉਹੀ ਆ ਗਿਆ ਨਾ ਵੀ ਵਹਿਮ ਭਰਮਾਂ ਦੀ ਗੱਲ, ਕਿ ਉਹਦਾ ਹੀ ਐਗਜ਼ਾਮਪਲ ਨੂੰ ਅੱਗੇ ਉਸੇ ਸੁਭਾਅ ਨੂੰ ਜਸਟੀਫਾਈ ਕਰਨ ਵਾਸਤੇ ਅੱਗੇ ਐਗਜ਼ਾਮਪਲ ਦਿੱਤਾ ਵੀ ਚੰਗੇ ਸ਼ਗਨ ਦਾ ਕੰਮ ਕੀ ਹੁੰਦਾ ਕਿ ਕਿਸੇ ਨੂੰ ਜਾਂਦੇ ਹੋਏ, ਕੰਮ 'ਤੇ ਜਾਂਦੇ ਹੋਏ ਪਿੱਛੋਂ ਆਵਾਜ਼ ਨਹੀਂ ਮਾਰਨੀ, ਜਾਂ ਘਰੋਂ ਜਾਂਦੇ ਨੂੰ ਕਿਸੇ ਨੂੰ ਨਾਰਾਜ਼ ਨਹੀਂ ਕਰਨਾ। ਇਹ ਸਭ ਉਹਨਾਂ ਮਤਲਬ ਸਟੇਟਮੈਂਟਸ ਨੂੰ ਜਸਟੀਫਾਈ ਕਰਨ ਵਾਲੇ ਐਗਜ਼ਾਮਪਲਸ ਨੇ। ਫਿਰ ਇਸ ਤੋਂ ਬਾਅਦ ਲਿਖਿਆ ਹੈ ਕਿ ਇਹਨਾਂ ਦੇ ਪ੍ਰਾਰਥਨਾ ਕਮਰਾ ਹੋ ਗਿਆ ਵੀ, ਜਾਂ ਘਰ ਦਾ ਛੋਟਾ ਮੰਦਰ, ਜਾਂ ਆਪਾਂ ਕਹਿ ਸਕਦੇ ਹਾਂ ਬਈ ਪ੍ਰੇਇੰਗ ਰੂਮ ਆਪਾਂ ਕਹਿ ਸਕਦੇ ਹਾਂ ਬੇਸਿਕਲੀ, ਵਿੱਚ ਇੱਕ ਸਾਦੀ ਦਰੀ ਵਿਛੀ ਹੈ, ਮਤਲਬ ਇੱਕ ਸਿੰਪਲ ਜੀ ਦਰੀ ਵਿਛੀ ਹੋਈ ਹੈ। ਵਿਚਕਾਰ ਇੱਕ ਰੰਗੀਲਾ ਪੀੜਾ ਡੱਠਾ ਹੈ, ਵਿਚਕਾਰ ਹੁੰਦਾ ਮਿਡਲ, ਔਰ ਰੰਗੀਲਾ ਪੀੜਾ ਆਪਾਂ ਕਹਿ ਸਕਦੇ ਵੀ ਜਿਵੇਂ ਮੰਜਾ ਹੁੰਦਾ ਨਾ ਇੱਕ, ਵੀ ਜਿਹਦੇ 'ਤੇ ਆਪਾਂ ਸੌਂਦੇ ਰਾਤ ਨੂੰ। ਇਹ ਪੀੜਾ ਜਿਹੜਾ ਹੁੰਦਾ, ਪੀੜਾ ਮੰਜੇ 'ਤੇ ਇੱਕ ਛੋਟੇ ਆਕਾਰ ਦਾ ਬਣਿਆ ਹੁੰਦਾ, ਵੀ ਇਹਨੂੰ ਇਹ ਵੀ ਬੁਣ ਕੇ ਬਣਾਇਆ ਜਾਂਦਾ ਵਾ, ਪਰ ਇਹ 'ਤੇ ਪੈਣ ਦੀ ਜਗ੍ਹਾ ਨਹੀਂ ਹੁੰਦੀ, ਉੱਤੇ ਆਪਾਂ ਬੈਠ ਸਕਦੇ ਹਾਂ, ਨੀਚੇ ਬੈਠ ਸਕਦੇ ਹਾਂ। ਔਰ ਇਹ ਕਹਿ ਰਿਹਾ ਕਿ ਰੰਗੀਲੇ ਪੀੜੇ ਦੇ ਉੱਪਰ ਪੂਜ ਗ੍ਰੰਥ ਸਾਹਿਬ ਬਿਰਾਜਮਾਨ ਸਨ, ਵੀ ਮਤਲਬ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਰੱਖਿਆ ਹੋਇਆ ਸੀਗਾ। ਚਾਂਦੀ ਦੀ ਦਿਓੜੀ ਵਿੱਚ ਧੂਪ ਧਖਦਾ ਹੈ। ਹੁਣ ਇੱਥੇ ਆ ਗਿਆ ਚਾਂਦੀ ਦੀ ਦਿਓੜੀ। ਚਾਂਦੀ ਦੀ ਦਿਓੜੀ ਕੀ ਹੁੰਦੀ ਹੈ? ਦਿਓੜੀ ਹੁੰਦੀ ਹੈ ਬੇਸਿਕਲੀ ਆਵੇ ਜਿਵੇਂ ਲਿਖਿਆ ਹੋਇਆ ਧੂਫ ਰੱਖਣ ਵਾਲੀ ਕਟੋਰੀ, ਜਿਹਦੇ ਨਾਲ ਆਪਾਂ ਅਗਰਬੱਤੀ ਧੂਫ ਕਰਦੇ ਹਾਂ, ਔਰ ਉਹ ਅਗਰਬੱਤੀ ਧੂਫ ਆਪਾਂ ਜਿਹੜੀ ਕਟੋਰੀ ਟਿਕਾਉਂਦੇ ਹਾਂ ਉਹਨੂੰ ਕਹਿੰਦੇ ਆ ਵੀ ਉਹ ਦਿਓੜੀ ਹੁੰਦੀ ਆ, ਔਰ ਉਹ ਚਾਂਦੀ ਦੀ ਬਣੀ ਹੋਈ ਸੀਗੀ, ਵਿੱਚ ਧੂਫ ਧੁਖਦਾ ਹੈ। ਇਸ ਮੁਤਾਬਕ ਇਹਨਾਂ ਦੇ ਮੁਤਾਬਕ ਕਮਰੇ ਦੇ ਫਰਸ਼ ਉੱਤੇ ਮੱਥਾ ਟੇਕ ਕੇ ਕੋਈ ਅੰਦਰ ਨਹੀਂ ਵੜ ਸਕਦਾ। ਵੀ ਮਤਲਬ ਇਹ ਉਹਨਾਂ ਦਾ ਰੂਲ ਸੀਗਾ ਵੀ ਜਿਹੜਾ ਪ੍ਰੇਇੰਗ ਰੂਮ ਹੈ ਜਾਂ ਜਿਹੜਾ ਘਰ ਦਾ ਮੰਦਰ ਹੈ ਉਹਦੇ ਅੰਦਰ ਕੋਈ ਫਰਸ਼ 'ਤੇ ਮੱਥਾ ਟੇਕ ਕੇ ਬਿਨਾਂ ਅੰਦਰ ਨਹੀਂ ਵੜ ਸਕਦਾ। ਠੀਕ ਹੈ। ਇਸ ਤੋਂ ਬਾਅਦ ਇਹ ਲੇਖਕ ਸਮਝਾ ਰਿਹਾ ਕਿ ਅਸੀਂ ਆਪੇ ਪੜ੍ਹ ਨਹੀਂ ਸਕਦੇ,
ਇਹ ਆਪੇ ਪੜ੍ਹ ਨਹੀਂ ਸਕਦੇ, ਪਰ ਸਵੇਰੇ ਕਿਸੇ ਕੋਲੋਂ ਵਾਕ ਸੁਣੇ ਬਿਨਾਂ ਮੂੰਹ ਜੁਠਾਲਦੇ ਨਹੀਂ, ਮੂੰਹ ਜੁਠਾਲਦੇ ਹੁੰਦਾ ਵੀ ਝੂਠਾ ਨਹੀਂ ਕਰਦੇ। ਤਾਂ ਇੱਥੇ ਇਹ ਸਮਝਾਇਆ ਗਿਆ ਵੀ ਆਪ ਤਾਂ ਇਹ ਬੇਸ਼ੱਕ ਪੜ੍ਹੇ ਲਿਖੇ ਨਹੀਂ ਸਨ, ਤਾਂ ਮਤਲਬ ਕਹਿਣ ਦਾ ਮਤਲਬ ਇਹ ਹੈ ਇੱਥੇ ਵੀ ਇਹ ਖੁਦ ਗੁਰਬਾਣੀ ਨਹੀਂ ਪੜ੍ਹ ਸਕਦੇ, ਵੀ ਪੋਥੀ ਸਾਹਿਬ ਤੋਂ ਜਾਂ ਗ੍ਰੰਥ ਸਾਹਿਬ ਤੋਂ ਖੁਦ ਬਾਣੀ ਨਹੀਂ ਪੜ੍ਹ ਸਕਦੇ, ਪਰ ਕਿਸੇ ਤੋਂ ਵਾਕ ਸੁਣੇ ਬਿਨਾਂ, ਵੀ ਕਿਸੇ ਦੇ ਕੋਲੋਂ ਗੁਰਬਾਣੀ ਸੁਣੇ ਬਿਨਾਂ, ਚਾਹੇ ਕੋਈ ਘਰੇ ਗੁਰਬਾਣੀ ਦਾ ਪਾਠ ਕਰ ਰਿਹਾ ਹੋਵੇ, ਚਾਹੇ ਗੁਰਦੁਆਰੇ ਬਾਬਾ ਜੀ ਗੁਰਬਾਣੀ ਦਾ ਪਾਠ ਕਰ ਰਹੇ ਹਨ, ਬਿਨਾਂ ਗੁਰਬਾਣੀ ਸੁਣੇ ਮੂੰਹ ਨਹੀਂ ਜੁਠਾਲਦੇ। ਮਤਲਬ ਇਹ ਕੁਛ ਖਾਂਦੇ ਨਹੀਂ ਹਨ, ਖਾਣ ਨਾਲ ਕਹਿੰਦੇ ਨਾ ਮੂੰਹ ਜੂਠਾ ਹੋ ਜਾਂਦਾ ਵਾ। ਤਾਂ ਇੱਥੇ ਉਹ ਸਮਝਾਇਆ ਗਿਆ। ਬਿਲਕੁਲ ਅਨਪੜ੍ਹ ਪਰ ਇੰਨੇ ਗੀਤ ਗਾ ਸਕਦੇ ਹਨ, ਗੀਤ ਗਾ ਸਕਦੇ ਮਤਲਬ ਗੀਤ ਗਾ ਸਕਦੇ ਹਨ, ਇੰਨੀਆਂ ਕਹਾਣੀਆਂ ਸੁਣਾ ਸਕਦੇ ਹਨ ਕਿ ਅਸੀਂ ਜਦੋਂ ਬੱਚੇ ਸਾਂ ਕਿੰਨੀ ਰਾਤ ਜਿਵੇਂ ਕਿਸੇ ਜਾਦੂ ਨਾਲ ਕੀਲੇ ਅੱਖਾਂ ਖੋਲ੍ਹੀ ਹੁੰਗਾਰੇ ਦਿੰਦੇ। ਮਤਲਬ ਬੇਸਿਕਲੀ ਉਹ ਕਹਿ ਸਕਦੇ ਵੀ ਮੰਤਰਮੁਗਧ ਹੋ ਕੇ ਇਹਨਾਂ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਹਨ, ਜਾਦੂ ਦੇ ਕਿਲੇ ਮਤਲਬ ਮੰਤਰਮੁਗਧ ਹੋ ਕੇ, ਅਤੇ ਅੱਗੋਂ ਜਵਾਬ ਦਿੰਦੇ ਕਿ ਅੱਗੋਂ ਕੀ ਹੋਇਆ, ਮਤਲਬ ਵੀ ਕਹਾਣੀ ਵੀ ਸੁਣਦੇ ਰਹਿੰਦੇ ਔਰ ਮੰਤਰਮੁਗਧ ਹੋ ਕੇ ਵਾਰ-ਵਾਰ ਪੁੱਛਦੇ ਵੀ ਰਹਿੰਦੇ ਵੀ ਅੱਗੇ ਕੀ ਹੋਇਆ, ਅੱਗੇ ਕੀ ਹੋਇਆ, ਜਿਵੇਂ ਕਹਾਣੀ ਸੁਣਾਉਂਦੇ ਰਹਿੰਦੇ, ਪੁੱਛਦੇ ਰਹਿੰਦੇ ਸੀ। ਕਹਾਣੀਆਂ ਹਰ ਕਿਸਮ ਦੀਆਂ, ਪਰੀਆਂ ਦੀਆਂ, ਭੂਤਨੀਆਂ ਹੁੰਦੀਆਂ, ਭੂਤਾਂ ਦੀਆਂ, ਠੱਗਾਂ ਦੀਆਂ, ਬਹਾਦਰਾਂ ਦੀਆਂ, ਅਤੇ ਸਭ ਤੋਂ ਸੋਹਣੀ ਉਸ ਸੋਹਣੀ ਸ਼ਹਿਜ਼ਾਦੀ ਦੀ ਜਿਹਦੇ ਮੂੰਹੋਂ ਫੁੱਲ ਕਿਰਦੇ ਸਨ। ਇੱਥੇ ਜਿਹਦੇ ਲਿਖਿਆ ਵਾ ਇਹ ਜਿਹਦੇ ਹੋ ਗਿਆ, ਜਿਸ ਦੇ ਜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜਦੋਂ ਹੱਸਦੀ ਸੀ ਤਾਂ ਉਸ ਦੇ ਮੂੰਹ 'ਚੋਂ ਡਿੱਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ, ਅਤੇ ਥੋੜ੍ਹੇ ਚਿਰ ਵਿੱਚ ਉਸ ਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰ ਗਿਆ। ਇੱਥੇ ਮਤਲਬ ਇੱਕ ਕਹਾਣੀ ਦੀ ਗੱਲ ਕੀਤੀ ਗਈ ਹੈ ਕਿ ਮੋਹਣੀ ਨਾਮ ਦੀ ਇੱਕ ਸ਼ਹਿਜ਼ਾਦੀ ਸੀਗੀ, ਤਾਂ ਉਹ ਜਦੋਂ ਵੀ ਬੋਲਦੀ ਸੀ ਉਹਦੇ ਮੂੰਹ 'ਚੋਂ ਫੁੱਲ ਕਿਰਦੇ ਸੀ, ਔਰ ਹੌਲੀ ਉਹਦਾ ਜਿਹੜਾ ਪੂਰਾ ਰਾਜ ਸੀਗਾ ਜਾਂ ਜਿਹੜਾ ਉਹਦਾ ਪੂਰਾ ਕਿੰਗਡਮ ਸੀਗਾ ਉਹ ਹਰਿਆ ਭਰਿਆ ਹੋ ਗਿਆ ਸੀ। ਹੁਣ ਆਪਾਂ ਪੜ੍ਹਾਂਗੇ ਦੂਜਾ ਭਾਗ। ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ ਹਨ, ਸਤਿਕਾਰ ਹੀ ਨਹੀਂ ਬੜਾ ਪਿਆਰ ਵੀ ਕਰਦੇ ਹਨ। ਜਦੋਂ ਬਿਜਾਈ ਦੀ ਰੁੱਤ ਆਉਂਦੀ ਹੈ ਤਾਂ ਕਿਸਾਨ ਆਪਣੇ ਹਲਾਂ ਨੂੰ ਧਰਤੀ ਮਾਤਾ ਦੀਆਂ ਵੱਖੀਆਂ ਕੁਤਕਤਾਉਂਦੇ ਅਤੇ ਸੁਨਹਿਰੀ ਬੀਜ ਪੋਲੀਆਂ ਤਹਿਾਂ ਦੇ ਵਿੱਚ ਲੁਕਾਉਂਦੇ ਹਨ। ਇੱਥੇ ਇੱਕ ਸ਼ਬਦ ਆਉਂਦਾ ਕੁਤਕਤਾਉਂਦੇ ਮਤਲਬ ਖੋਦਦੇ, ਭਾਵ ਇੱਥੇ ਦੱਸਿਆ ਜਾ ਰਿਹਾ ਕਿ ਜਦੋਂ ਬਿਜਾਈ ਦਾ ਸੀਜ਼ਨ ਆਉਂਦਾ ਵਾ, ਜਦੋਂ ਮਤਲਬ ਸੋਇੰਗ ਦਾ ਸੀਜ਼ਨ ਆਉਂਦਾ ਵਾ, ਤਾਂ ਉਦੋਂ ਕੀ ਹੁੰਦਾ ਵਾ, ਜਿਹੜੇ ਕਿਸਾਨ ਆ ਉਹ ਹਲ ਵਾਹੁੰਦੇ ਆ, ਉਹਦੇ ਨਾਲ ਕੀ ਹੁੰਦਾ ਵੀ ਜ਼ਮੀਨ ਪੋਲੀ ਕਰਦੇ ਆ, ਔਰ ਪੋਲੀ ਕਰਕੇ ਉਹਦੇ ਵਿੱਚ ਬੀਜ ਬੀਜਦੇ ਆ। ਉਹਨੂੰ ਇੱਥੇ ਬੇਸਿਕਲੀ ਸਮਝਾਇਆ ਗਿਆ ਵਾ ਪੂਰੀ ਲਾਈਨ ਦੇ ਵਿੱਚ। ਇਹਦੇ ਬਾਅਦ ਲਿਖਿਆ ਕਿ ਤੇ ਆਸ ਰੱਖਦੇ ਹਨ ਕਿ ਮਾਤਾ ਉਛਾਲਵੀਆਂ ਫਸਲਾਂ ਵਿੱਚ ਹੱਸੇਗੀ। ਉਛਾਲਵੀਆਂ ਮੀਨਸ ਉਛਲਦੀਆਂ। ਇਹ ਵੀ ਸਿੰਬੋਲੀਕਲੀ ਸਮਝਾਇਆ ਗਿਆ ਕਿ ਜਿਵੇਂ ਧਰਤੀ ਮਾਤਾ ਨੂੰ ਰੈਫਰ ਕਰਦੇ ਆ ਕਿ ਉਹਦੀ ਵੱਖੀ ਵਿੱਚ ਉਹ ਹਲ ਫੇਲਦੇ ਆ ਅਤੇ ਉਹਦੇ ਨਾਲ ਉਹ ਮਤਲਬ ਵੱਖੀਆਂ ਖੋਦਦੇ ਆ, ਉਹਦੇ ਵਿੱਚ ਬੀਜ ਬੀਜਦੇ ਆ, ਔਰ ਆਸ ਕਰਦੇ ਆ ਕਿ ਇਹ ਬੀਜ ਬੀਜਣ ਦੇ ਬਾਅਦ ਜਿਹੜੀ ਧਰਤੀ ਮਾਤਾ ਉਹ ਹੱਸੇਗੀ, ਉਛਲਦੀ ਹੋਈ ਹੱਸੇਗੀ। ਉਹਦੇ ਬਾਅਦ ਲਿਖਿਆ ਕਿ ਉਦੋਂ ਮੇਰੇ ਦਾਦੀ ਜੀ ਆਪਣੇ ਕਮਰੇ ਦੇ ਕਾਲੇ ਵਿੱਚ 94 ਦਾਣੇ ਕਣਕ ਦੇ ਬੀਜਦੇ ਹਨ। ਇਹਨਾਂ ਨੂੰ ਉਹ ਪਾਣੀ ਦਿੰਦੇ ਹਨ ਅਤੇ ਉਸ ਮਾਂ ਦੀ ਖੁਸ਼ੀ ਨਾਲ ਕੂਲੀਆਂ ਹਰੀਆਂ ਚੁੰਝਾਂ ਨੂੰ ਉੱਚਾ ਹੁੰਦਾ ਵੇਖਦੇ ਹਨ, ਜਿਸ ਨੂੰ ਆਪਣੇ ਗਰਭ ਅੰਦਰ ਬੱਚੇ ਦੀ ਹਿਲਜੁਲ ਮਹਿਸੂਸ ਹੁੰਦੀ ਹੋਵੇ ਅਤੇ ਕਦੇ ਉਹ ਉਹਦੇ ਨਾਲ ਗੱਲਾਂ ਕਰਦੀ ਹੋਵੇ। ਹੁਣ ਇੱਥੇ ਇੱਕ ਸ਼ਬਦ ਹੁੰਦਾ ਕੂਲੀਆਂ, ਸੌਫਟ। ਤਾਂ ਇਹ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਲਾਈਨਾਂ ਵਾ ਜਾਂ ਪੰਕਤੀਆਂ ਵਾ, ਇਹਨਾਂ ਦਾ ਅਰਥ ਕੀ ਹੋਇਆ ਕਿ ਇਹਦੇ ਬਾਅਦ ਜਿਹੜਾ ਲੇਖਕ ਆ ਉਹ ਆਪਦੀ ਦਾਦੀ ਮਾਂ ਦੇ ਮਤਲਬ ਦਾਦੀ ਮਾਂ ਬਾਰੇ ਦੱਸ ਰਿਹਾ ਕਿ ਦਾਦੀ ਮਾਂ ਉਹਨਾਂ ਦੀ ਕੀ ਕਰਦੀ, ਜਦੋਂ ਵੀ ਸੋਇੰਗ ਦਾ ਸੀਜ਼ਨ ਆਉਂਦਾ ਵਾ, ਉਹ ਕਿਸਾਨਾਂ ਨੂੰ ਵੇਖ ਕੇ ਉਹਨਾਂ ਦੇ ਕੰਟਰੇਰੀਲੀ ਵੀ ਆਪਣੇ ਕਮਰੇ ਦੇ ਵਿੱਚ ਵੀ ਦੋ ਜਿਹੜੇ ਬੀਜ ਆ ਕਣਕ ਦੇ ਉਹ ਬੀਜ ਲੈਂਦੇ ਆ, ਅਤੇ ਫਿਰ ਉਹ ਉਹਨਾਂ ਨੂੰ ਉਗਦੇ ਹੋਏ ਦੇਖਦੇ ਆ, ਅਤੇ ਉਹ ਉਗਦੇ ਹੋਏ ਦੇਖਣ ਦੀ ਜਿਹੜੀ ਪ੍ਰਕਿਰਿਆ ਉਹ ਸਮਝਾ ਰਿਹਾ ਕਿ ਜਿਵੇਂ ਉਹ ਦੇਖਦੀਆਂ ਕਿ ਜਦੋਂ ਜਿਹੜੀਆਂ ਉਹ ਦਾਣੇ ਪੁੰਗਰ ਕੇ ਫੁੱਟਦੇ ਆ, ਅਤੇ ਫੁੱਟ ਕੇ ਪਹਿਲਾਂ ਉਹ ਨਰਮ ਹਰੇ ਰੰਗ ਦੇ ਦਾਣੇ ਹੁੰਦੇ ਆ, ਉਹ ਵੇਖ ਕੇ ਉਹਨਾਂ ਨੂੰ ਖੁਸ਼ ਹੁੰਦੇ ਆ, ਔਰ ਫਿਰ ਹੌਲੀ ਹੌਲੀ ਦਾਣੇ ਉੱਗਦੇ ਆ, ਉਹਨਾਂ ਨੂੰ ਖੁਸ਼ ਹੁੰਦੇ ਆ, ਅਤੇ ਔਰ ਕਈ ਵਾਰ ਉਹਨਾਂ ਨਾਲ ਗੱਲਾਂ ਵੀ ਕਰਦੇ ਆ। ਇਹਦੇ ਬਾਅਦ ਸਮਝਾਇਆ ਗਿਆ ਕਿ ਹਰ ਖੇਤਰੀ ਹੁੰਦੀ ਆ ਫਸਲ ਦੇ ਸਾਹਮਣੇ ਰੋਜ਼ਾਨਾ ਜੋਤ ਜਗਾਉਂਦੇ ਹਨ, ਵੀ ਮਤਲਬ ਜਿਹੜੀ ਵੀ ਉਹਨਾਂ ਦੀ ਫਸਲ ਹੁੰਦੀ ਉਹਦੇ ਸਾਹਮਣੇ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਕੁਝ ਦਿਨਾਂ ਬਾਅਦ ਖੇਤਰੀ ਪੀਲੀ ਹੋਣ ਲੱਗਦੀ ਹੈ, ਮਤਲਬ ਜਿਹੜੀ ਉਹਨਾਂ ਦੀ ਫਸਲ ਹੈ ਉਹ ਪੀਲੀ ਹੋਣ ਲੱਗ ਜਾਂਦੀ, ਮਤਲਬ ਭਾਵ ਕੇ ਪੱਕਣ ਲੱਗ ਜਾਂਦੀ ਹੈ। ਬੜੇ ਆਦਰ ਨਾਲ ਇੱਕ ਡਾਲ ਨੂੰ ਪੁੱਟਦੇ ਅਤੇ ਉਹਦੇ ਨਾਲ ਗੱਲਾਂ ਕਰਦੇ ਹਨ, ਵੀ ਜਿਵੇਂ ਪੱਕ ਜਾਂਦੀ ਫਸਲ 'ਤੇ ਉਹ ਪੁੱਟਦੇ ਆ ਅਤੇ ਔਰ ਗੱਲਾਂ ਵੀ ਕਰਨ ਲੱਗ ਜਾਂਦੇ ਆ ਉਸੇ ਫਸਲ ਦੀ ਜਿਹੜੀ ਡਾਲੀ ਹੁੰਦੀ ਉਹਦੇ ਨਾਲ। ਫਿਰ ਇਹਨਾਂ ਕਮਲਾਈਆਂ ਡਾਲਾਂ ਨੂੰ, ਕਮਲਾਈਆਂ ਹੁੰਦੀਆਂ ਨਰਮ ਜਾਂ ਪੋਲੀਆਂ ਡਾਲਾਂ ਨੂੰ ਨਦੀ ਦੇ ਕੰਢੇ ਲੈ ਜਾਂਦੇ ਹਨ, ਜਿਹੜੀ ਨਦੀ ਨੱਚਦੀ ਹੱਸਦੀ ਸਾਡੇ ਅੱਧੇ ਸ਼ਹਿਰ ਦੀ ਪਰਿਕਰਮਾ ਕਰਦੀ ਹੈ। ਜਿਵੇਂ ਕਿਸੇ ਪਿਆਰੇ ਨੂੰ ਕੋਈ ਬੇੜੀ ਵਿੱਚ ਚੜ੍ਹਦਾ ਹੋਵੇ, ਉਵੇਂ ਸੁੱਖਾ ਮੰਗਦੇ ਖੇਤਰੀ ਨੂੰ ਪਰਵਾਹ ਦਿੰਦੇ ਆ। ਮਤਲਬ ਇਹ ਦੱਸ ਰਿਹਾ ਕਿ ਪੱਟਣ ਤੋਂ ਬਾਅਦ ਕੀ ਕਰਦੇ ਆ, ਉਹ ਜਿਹੜੀ ਉਹ ਮਤਲਬ ਪੱਕੀ ਹੋਈ ਫਸਲ ਆ ਉਹਨੂੰ ਪੱਟਦੇ ਆ, ਔਰ ਉਹਦੇ ਬਾਅਦ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਉਹਨੂੰ ਸ਼ਹਿਰ ਦੀ ਨਦੀ ਤੱਕ ਲੈ ਜਾਂਦੇ ਆ। ਠੀਕ ਹੈ, ਵੀ ਜਿਵੇਂ ਆਪਣੇ ਪਿੰਡ ਦੀ ਨਦੀ ਤੱਕ ਲੈ ਜਾਂਦੇ, ਔਰ ਉੱਥੇ ਫਿਰ ਜਲ ਪ੍ਰਵਾਹ ਕਰ ਦਿੰਦੇ, ਭਾਵ ਕਿ ਨਦੀ ਦੇ ਵਿੱਚ ਵਹਾ ਦਿੰਦੇ ਆ। ਇਹਦੇ ਬਾਅਦ ਉਹ ਕਰਦੇ ਕਿ ਮਿੱਠੇ ਘਿਓ ਦੇ ਨਾਲ ਆਟੇ ਦਾ ਦੀਵਾ ਬਾਲ ਕੇ ਦਿਲ ਵਿੱਚ ਸਮਝਦੇ ਹਨ ਕਿ ਇਹ ਦੀਵਾ ਉਹਨਾਂ ਨੂੰ
ਉਦੋਂ ਵੀ ਇਹਨਾਂ ਦਾ ਰਾਹ ਰੋਸ਼ਨ ਕਰੇਗਾ ਜਦੋਂ ਰਾਤ ਦੀ ਕਾਲਖ ਵਿੱਚ ਕੋਈ ਭੋਲੀ ਭਟਕੀ ਕਿਰਨ ਵੀ ਨਹੀਂ ਚਮਕਦੀ ਹੋਏਗੀ। ਮਤਲਬ ਇਹ ਬੇਸਿਕਲੀ ਸਿੰਬੋਲਾਈਜ਼ ਕਰ ਰਹੇ ਆ ਕਿ ਜਿਵੇਂ ਉਹ ਜਿਹੜੀਆਂ ਇਹ ਕਣਕ ਦੀਆਂ 2 ਡਾਲੀਆਂ ਵਾ, ਜਿਹੜੀਆਂ ਇਹ ਡਾਲੀਆਂ ਉਹਨਾਂ ਦੇ ਬੱਚਿਆਂ ਦੇ ਭਾਂਤ ਹੋਣ, ਅਤੇ ਜਦੋਂ ਇਹਨਾਂ ਨੂੰ ਪ੍ਰਵਾਹ ਕਰਦੇ ਆ ਤਾਂ ਉਹਦੇ ਬਾਅਦ ਸਿੰਬੋਲਿਕਲੀ ਉਹ ਇੱਕ ਆਟੇ ਦਾ ਦੀਵਾ ਬਣਾ ਕੇ ਮਿੱਠੇ ਘਿਓ ਦਾ ਉਹਨੂੰ ਜਗਾਉਂਦੇ ਆ, ਔਰ ਇਹ ਮਨ ਦੇ ਵਿੱਚ ਸੋਚਦੇ ਆ ਕਿ ਜਿਸ ਤਰੀਕੇ ਨਾਲ ਇਹ ਦੀਵਾ ਲੌ ਪ੍ਰਗਟ ਕਰ ਰਿਹਾ, ਮਤਲਬ ਰੌਸ਼ਨੀ ਪ੍ਰਗਟ ਕਰ ਰਿਹਾ, ਉਸੇ ਤਰੀਕੇ ਨਾਲ ਇਹ ਜਿਹੜੀ ਰੌਸ਼ਨੀ ਹੈ ਇਹ ਉਹਨਾਂ ਦੀਆਂ ਜਿਹੜੀਆਂ ਡਾਲੀਆਂ ਉਹ ਜੋ ਪ੍ਰਵਾਹ ਕਰ ਚੁੱਕੀਆਂ ਉਹਨਾਂ ਨੂੰ ਬਈ ਰਾਤ ਦੇ ਅੰਧੇਰੇ ਵਿੱਚ ਜਾਂ ਰਾਤ ਦੀ ਕਾਲਖ ਵਿੱਚ ਰਸਤਾ ਵਿਖਾਉਣਗੀਆਂ। ਉਹਦੇ ਬਾਅਦ ਲਿਖਿਆ ਕਿ ਘਰ ਮੁੜ ਕੇ ਇਹ ਗੁਆਂਢੀ ਘਰ ਦੀਆਂ ਕੰਜਕਾਂ ਬੁਲਾਉਂਦੇ ਹਨ। ਕੰਜਕਾਂ ਉਹੀ ਹੁੰਦੀਆਂ ਵੀ ਜਿਹੜੀਆਂ ਨਵਰਾਤਰੇ ਦੇ ਟਾਈਮ 'ਤੇ ਕੰਜਕਾਂ ਬੁਲਾਈਆਂ ਜਾਂਦੀਆਂ, ਉਸੇ ਤਰੀਕੇ ਨਾਲ ਕੰਜਕਾਂ ਬੁਲਾਉਂਦੇ ਹਨ, ਵੀ ਭਾਵ ਛੋਟੀਆਂ ਕੁੜੀਆਂ ਨੂੰ ਬੁਲਾਉਂਦੇ ਹਨ, ਉਹਨਾਂ ਦੇ ਪੈਰ ਧੋਂਦੇ ਹਨ, ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਹਨ ਅਤੇ ਉਹਨਾਂ ਨੂੰ ਪਿਆਰ ਨਾਲ ਪੱਕੀਆਂ ਚੀਜ਼ਾਂ ਖਵਾਉਂਦੇ ਹਨ। 85 ਵਰੇ ਮੀਨਸ 85 ਈਅਰਸ ਦੀ ਏਜ ਤੱਕ ਕੰਜਕਾਂ ਦਾ ਖਾਣਾ ਇਹ ਆਪਣੇ ਹੱਥੀਂ ਤਿਆਰ ਕਰਦੇ ਰਹੇ ਹਨ। ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਅਤੇ ਹਰ ਸ਼ਾਮ ਨੀਲੇ ਆਕਾਸ਼ ਨੂੰ ਵੀ, ਰਾਤੀਂ ਕਦੇ ਚੰਨ ਨੂੰ ਅਤੇ ਕਦੇ ਧਰੂ ਤਾਰੇ ਨੂੰ। ਧਰੂ ਤਾਰਾ ਜਿਹਦੀ ਮਤਲਬ ਆਪਾਂ ਕਹਿ ਸਕਦੇ ਪੁਰਾਣੇ ਦੇ ਵਿੱਚ ਵੀ ਗੱਲ ਕੀਤੀ ਗਈ ਹੈ। ਹੱਥ ਜੋੜਦੇ ਹਨ, ਕਹਿੰਦੇ ਹਨ ਕਿ ਇਹ ਧਰੂ ਸਤੀ ਵਾਂਗ ਅਟਲ ਖਲੋਤਾ ਹੈ। ਇਹਦੇ ਬਾਅਦ ਲਿਖਿਆ ਹੈ ਕਿ ਨਵਾਂ ਚੰਨ ਇਹਨਾਂ ਨੂੰ ਪਿਆਰਾ ਲੱਗਦਾ, ਵੀ ਨਿਊ ਮੂਨ ਜਿਹੜਾ ਆਫਟਰ ਜਿਹੜਾ ਆਪਾਂ ਕਹਿ ਸਕਦੇ ਹਾਂ ਜਦੋਂ ਚੰਦ ਛਿਪਣ ਦੇ ਬਾਅਦ ਦੁਬਾਰਾ ਉਹ ਨਿਕਲਦਾ ਵਾ, ਜਦੋਂ ਨਿਊ ਮੂਨ ਦਾ ਸੀਜ਼ਨ ਹੁੰਦਾ ਵਾ। ਇਹਦੇ ਬਾਅਦ ਲਿਖਿਆ ਹੈ ਕਿ ਜਦੋਂ ਇਸ ਚੰਦ ਦਾ ਚੜ੍ਹਨਾ ਹੁੰਦਾ, ਅਮਾਵਸ ਤੋਂ ਬਾਅਦ ਕਹਿਣਾ ਚਾਹੁੰਦਾ ਮੈਂ, ਅਮਾਵਸ ਤੋਂ ਬਾਅਦ ਜਦੋਂ ਨਵਾਂ ਚੰਦ ਨਿਕਲਦਾ ਵਾ ਉਹਨਾਂ ਨੂੰ ਬੜਾ ਚਾਅ ਹੁੰਦਾ ਵਾ। ਜਦੋਂ ਇਸ ਨੇ ਚੜ੍ਹਨਾ ਹੁੰਦਾ ਹੈ ਤਾਂ ਇਹ ਧੁਰ ਕੋਠੇ ਉੱਤੇ, ਧੁਰ ਮਤਲਬ ਫਟਾਫਟ ਕੋਠੇ ਉੱਤੇ ਚੜ੍ਹ ਜਾਂਦੇ ਹਨ ਅਤੇ ਆਪਣੀਆਂ ਨਿਰਬਲ ਮਤਲਬ ਵੀਕ ਅੱਖਾਂ 'ਤੇ ਕਸਮੈਲੇ ਬੱਦਲਾਂ ਦੀਆਂ ਚਿੱਟੀਆਂ, ਕਸਮੈਲੇ ਹੁੰਦੇ ਆ ਮਤਲਬ ਕੁਛ ਮੈਲੇ ਰੰਗ ਦੇ ਵਿੱਚ, ਵੈਸੇ ਚਿੱਟਾ ਕੱਪੜਾ ਹੁੰਦਾ ਨਾ, ਜਦੋਂ ਉੱਤੇ ਥੋੜ੍ਹੀ ਮਿੱਟੀ ਲੱਗ ਜਾਂਦੀ ਹੈ ਤਾਂ ਆਪਾਂ ਕਹਿੰਦੇ ਨੇ ਕੱਪੜਾ ਕਸਮੈਲਾ ਹੋ ਗਿਆ, ਭਾਵੇਂ ਉੱਤੇ ਥੋੜ੍ਹੀ ਮਿੱਟੀ ਲੱਗ ਗਈ। ਉਸੇ ਤਰੀਕੇ ਦੇ ਬੱਦਲ ਨੂੰ ਆਪਾਂ ਵੈਸੇ ਵੇਖਿਓ ਪਿਓਰਲੀ ਚਿੱਟੇ ਰੰਗ ਦੇ ਹੁੰਦੇ ਆ, ਪਰ ਜੇ ਉਹਨਾਂ ਦੇ ਅੱਗੇ ਮਿੱਟੀ ਦੀ ਕੋਈ ਪਰਤ ਆ ਜੇ ਜਾਂ ਮਤਲਬ ਅਸਮਾਨ ਦੇ ਵਿੱਚ ਕੁਝ ਹੋਰ ਧੁੰਦਲਾ ਆ ਜੇ ਤਾਂ ਆਪਾਂ ਉਹਨੂੰ ਕਹਿੰਦੇ ਨੇ ਕਿ ਕਸਮੈਲਾ ਬੱਦਲ। ਤਾਂ ਇੱਥੇ ਲਿਖਿਆ ਕਿ ਤੇ ਆਪਣੀਆਂ ਨਿਰਬਲ ਅੱਖਾਂ ਨਾਲ ਕਸਮੈਲੇ ਬੱਦਲਾਂ ਦੀਆਂ ਚਿੱਟੀਆਂ ਕੰਨੀਆਂ 'ਚੋਂ ਚਾਂਦੀ ਕਮਾਨ ਦਾ ਧਾਰ ਢੂੰਡਦੇ ਹਨ, ਜਿਸ ਕਮਾਨ ਨੂੰ ਇਹ ਖਿਆਲ ਕਰਦੇ ਹਨ ਕਿ ਬੱਦਲ ਆਪਣੀਆਂ ਕਾਲੀਆਂ ਝੋਲੀਆਂ ਵਿੱਚ ਲੁਕਾ ਕੇ ਸਾਂਭਦੇ ਹਨ। ਇਹ ਬੇਸਿਕਲੀ ਬੱਦਲਾਂ ਲਈ ਦੇਖ ਕੇ ਆਪਦੀ ਜਿਹੜੀ ਉਹ ਇਮੈਜੀਨੇਸ਼ਨ ਆ ਉਹਦਾ ਪ੍ਰਗਟਾਵਾ ਕਰ ਰਹੇ ਆ। ਠੀਕ ਹੈ। ਇਹਦੇ ਬਾਅਦ ਲਿਖਿਆ ਹੈ ਕਿ ਕਿਸੇ ਕੋਠੇ ਤੋਂ ਆਵਾਜ਼ ਆਉਂਦੀ ਹੈ ਕਿ ਉਹਨਾਂ ਬੱਦਲਾਂ ਦੇ ਉੱਤੇ ਮੇਰੀ ਦਾਦੀ ਜੀ ਕਾਲੇ ਪੈ ਜਾਂਦੇ ਹਨ ਅਤੇ ਕੰਬਦੀ ਆਵਾਜ਼ ਵਿੱਚ ਸਾਰਿਆਂ ਨੂੰ ਆਵਾਜ਼ ਮਾਰਦੇ ਹਨ, ਗੁਰਬਖਸ਼, ਗੁਰਦਿਆਲ, ਗੁਰਬਚਨ ਅਤੇ ਸਾਰੇ ਆਓ ਦੌੜ ਕੇ ਆਓ ਅਤੇ ਮੈਨੂੰ ਦੱਸੋ ਉਹ ਕਿੱਥੇ ਚੜ੍ਹਿਆ ਹੈ, ਸਾਰਿਆਂ ਵੇਖ ਲਿਆ, ਮੈਨੂੰ ਨਹੀਂ ਲੱਭਾ। ਅਤੇ ਇਹਦੇ ਬਾਅਦ ਲਿਖਿਆ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਖੜੋ ਜਾਂਦੇ, ਅਸੀਂ ਉਹਨਾਂ ਦੀਆਂ ਬਾਹਾਂ ਫੜ ਕੇ ਸਿੱਧਾ ਬੰਨ੍ਹਦੇ ਹਾਂ ਅਤੇ ਅਸੀਂ ਸਾਰੇ ਬੋਲ ਪੈਂਦੇ ਹਾਂ ਕਿ ਇਹਨਾਂ ਦੇ ਪੋਤੇ ਪੋਤਰੀਆਂ। ਅਸੀਂ ਸਾਰੇ ਕਹਿੰਦੇ ਹਾਂ ਓ ਬੇਬੇ ਜੀ ਓ। ਹਰ ਪਾਸੇ ਅੱਖਾਂ ਫੇਰਦੇ ਹਨ, ਉਹਨਾਂ ਦੇ ਮਨ ਦਾ ਪਿਆਰਾ ਉਹਨਾਂ ਨੂੰ ਦਿਸਦਾ ਨਹੀਂ। ਇਹਦੇ ਬਾਅਦ ਲਿਖਿਆ ਹੈ ਕਿ ਉਹ ਕਹਿੰਦੇ ਹਨ ਕਿ ਕਿੱਥੇ ਮੇਰੇ ਜਿਉਣ ਜੋਗਿਓ, ਮੈਨੂੰ ਨਹੀਂ ਲੱਭਦਾ, ਹਾਏ ਮੇਰੀਆਂ ਅੱਖਾਂ ਬੁੱਢੀਆਂ ਹੋ ਗਈਆਂ ਹਨ, ਮੈਨੂੰ ਹੁਣ ਚੈਨ ਨਹੀਂ ਲੱਭਿਆ ਕਰੇਗਾ। ਮਤਲਬ ਆਵੇ ਉਹੀ ਵੀ ਉਹ ਆਪਦੇ ਬੁਢਾਪੇ ਨੂੰ ਕੋਸ ਰਿਹਾ, ਵੀ ਇੱਥੇ ਕਹਿ ਰਿਹਾ ਕਿ ਮੇਰੀਆਂ ਅੱਖਾਂ ਬੁੱਢੀਆਂ ਹੋ ਗਈਆਂ, ਹੁਣ ਮੈਨੂੰ ਦਿਖ ਵੀ ਨਹੀਂ ਰਿਹਾ ਚੱਜ ਨਾਲ। ਇਹਦੇ ਬਾਅਦ ਲਿਖਿਆ ਕਿ ਅਖੀਰ ਬੱਦਲਾਂ ਦੇ ਉੱਪਰ ਜਦੋਂ ਚੰਨ ਮੁਖੜਾ ਸਾਫ਼ ਕਰਕੇ ਲਿਸ਼ਕ ਪੈਂਦਾ ਹੈ ਤਾਂ ਉਹਨਾਂ ਨੂੰ ਵੀ ਝੋਲ ਪੈ ਜਾਂਦਾ ਹੈ। ਝੋਲ ਮਤਲਬ ਸਕੂਨ ਪੈ ਜਾਂਦਾ, ਵੀ ਜਦੋਂ ਉਹਨਾਂ ਦਾ ਜਿਹੜਾ ਨਵਾਂ ਚੰਨ ਆ ਉਹ ਨਿਕਲ ਆਉਂਦਾ ਵਾ ਉਹਦੇ ਬਾਅਦ ਉਹਨਾਂ ਨੂੰ ਝੋਲ ਪੈ ਜਾਂਦਾ ਅਤੇ ਬਾਲਾਂ ਵਰਗੀ ਖੁਸ਼ੀ ਨਾਲ ਉਹ ਕੰਬਣ ਲੱਗ ਪੈਂਦੇ ਅਤੇ ਗਾਉਂਦੇ ਹਨ, ਪਾਣੀ ਦਾ ਛੱਟਾ ਸੁੱਟਦੇ ਹਨ। ਛੱਟਾ ਹੋ ਗਿਆ ਵੀ ਛਿੱਟਾ, ਬੇਸਿਕਲੀ ਆਪਾਂ ਕਹਿ ਸਕਦੇ ਡਰੋਪਲੇਟ। ਠੀਕ ਹੈ। ਇਹਦੇ ਬਾਅਦ ਲਿਖਿਆ ਕਿ ਬਾਲ ਚੰਦ ਦਾ ਮੂੰਹ ਧੋਣ ਲਈ ਮਠਿਆਈ ਦੇ ਭੋਰੇ ਹੋ ਗਏ ਟੁਕੜੇ ਸੁੱਟਦੇ ਹਨ। ਆਵੇ ਉਹ ਵੀ ਸਿੰਬੋਲਿਜ਼ਮ ਦਿਖਾ ਰਿਹਾ। ਨਵਜਨਮੇ ਨੂੰ ਖਵਾਉਣ ਲਈ ਫਿਰ ਉਹ ਮੂੰਹ 'ਚ ਪ੍ਰਾਰਥਨਾ ਕਰਦੇ ਹਨ ਕਿ ਇੱਕ ਦਾ ਮੂੰਹ ਚੁੰਮਦੇ ਹਨ ਅਤੇ ਅਸੀਸ ਦਿੰਦੇ ਹਨ ਕਿ ਵੱਡੀ ਉਮਰ ਹੋਵੇ, ਜਵਾਨੀਆਂ ਬਣੋ। ਵਿਆਹ ਆਸ਼ੀਰਵਾਦ ਦੇ ਰਿਹਾ ਵੀ ਖੁਸ਼ੀ ਦੇ ਵਿੱਚ, ਵੀ ਜਿਵੇਂ ਉਹਨਾਂ ਦਾ ਜਿਵੇਂ ਚੰਨ ਨਿਕਲਿਆ ਹੁੰਦਾ ਵਾ ਉਹਦੇ ਬਾਅਦ ਇਹ ਦੱਸ ਰਿਹਾ ਵੀ ਕਿੱਦਾਂ ਖੁਸ਼ੀ ਦੇ ਨਾਲ ਉਹ ਪਹਿਲਾਂ ਵੀ ਟੁਕੜੇ ਸਿੱਟਦੇ ਆ ਅਤੇ ਉਹਦੇ ਬਾਅਦ ਬੱਚਿਆਂ ਨੂੰ ਜਾ ਕੇ ਉਹ ਆਸ਼ੀਰਵਾਦ ਦਿੰਦੇ ਆ। ਫਿਰ ਉੱਤੋਂ ਉਤਰ ਕੇ ਖੁਸ਼ੀ ਨਾਲ ਕੰਬਦੇ ਉਹ ਕਮਰੇ ਜਾਂਦੇ ਅਤੇ ਜਿਹੜਾ ਲੱਭੇ ਉਸ ਨੂੰ ਅਸੀਸ ਦਿੰਦੇ ਹਨ। ਮੇਰੀ ਪਤਨੀ ਦੇ ਵਿਆਹ ਨੂੰ 10 ਵਰੇ ਹੋ ਗਏ, 10 ਵਰੇ ਮਤਲਬ 10 ਸਾਲ ਹੋ ਗਏ ਅਤੇ ਬੱਚਾ ਨਹੀਂ ਹੋਇਆ। ਜਦੋਂ ਮੇਰੀ ਪਤਨੀ ਉਹਨਾਂ ਦੇ ਪਿਆਰੇ ਪੈਰਾਂ ਉੱਤੇ ਸਿਰ ਧਰਦੀ ਤਾਂ ਬੇਬੇ ਜੀ ਦੇ ਚਿਹਰੇ 'ਤੇ ਇੱਕ ਪਰਛਾਵਾਂ ਜਿਹਾ ਲੰਘ ਜਾਂਦਾ, ਮਤਲਬ ਵੀ ਉਹ ਕੋਈ ਸਾਈਡ ਜਿਹਾ ਹੋ ਜਾਂਦੇ ਅਤੇ ਉਹ ਗੱਲ ਨਾਲ ਲਾ ਲੈਂਦੇ ਅਤੇ ਕਹਿੰਦੇ ਹਨ ਕਿ ਚੱਲ ਮੇਰੀ ਧੀਏ ਚੱਲ ਕੋਠੇ 'ਤੇ, ਉਹ ਚੰਨ ਮੁਖੜਾ ਵੇਖ ਕਿੱਡਾ ਸੋਹਣਾ ਚੜ੍ਹਿਆ ਹੈ ਅੱਜ ਇਹ ਨਵਾਂ ਜੰਮਿਆ ਹੈ। ਇਸ ਚੰਨ ਵੱਲ ਵੇਖਦੀ ਰੂਹ
ਜਿੰਨਾ ਚਿਰ ਇਹ ਛੁਪ ਨਹੀਂ ਜਾਂਦਾ ਅਗਲੇ ਵਰੇ ਇਹਦੇ ਵਰਗਾ ਚੰਦ ਤੇਰੀ ਧੜਕਦੀ ਛਾਤੀ 'ਚ ਖੇਡਦਾ ਹੋਵੇਗਾ। ਮਤਲਬ ਇੱਥੇ ਉਹ ਆਪਣੀ ਜਿਹੜੀ ਨੂੰਹ ਆ ਉਹਨੂੰ ਹੌਸਲਾ ਦਿੰਦੇ ਹੋਏ ਕਹਿੰਦੇ ਆ ਕਿ ਆਪਣੇ ਗਲ ਨਾਲ ਲਾਉਂਦੇ ਆ, ਫਿਰ ਉਹਦਾ ਮੱਥਾ ਚੁੰਮਦੇ ਆ, ਪਰ ਫਿਰ ਉਹਦਾ ਹੱਥ ਫੜ ਕੇ ਉਹਨੂੰ ਕੋਠੇ 'ਤੇ ਲੈ ਜਾਂਦੇ, ਮਤਲਬ ਛੱਤ 'ਤੇ ਲੈ ਜਾਂਦੇ ਆ। ਅਤੇ ਉੱਥੇ ਜਾ ਕੇ ਕਹਿੰਦੇ ਆ ਵੀ ਆਹ ਦੇਖ ਵੀ ਜਿਵੇਂ ਅੱਜ ਨਵਾਂ ਨਿਕਲਿਆ ਹੋਇਆ ਚੰਨ ਆ, ਉਸੇ ਤਰੀਕੇ ਨਾਲ ਅਸੀਸ ਦਿੰਦੇ ਆ ਕਿ ਅਗਲੇ ਸਾਲ ਵੀ ਤੇਰੀ ਛਾਤੀ 'ਚ ਵੀ ਇੱਕ ਧੜਕਦਾ ਹੋਇਆ ਚੰਨ ਹੋਏਗਾ। ਮਤਲਬ ਭਾਵ ਕਿ ਤੈਨੂੰ ਵੀ ਸੰਤਾਨ ਦੀ ਪ੍ਰਾਪਤੀ ਹੋਏਗੀ। ਇਸ ਤਰੀਕੇ ਦੀ ਉਹ ਆਪਣੀ ਨੂੰਹ ਨੂੰ ਅਸੀਸ ਦਿੰਦੇ ਹਨ, ਮਤਲਬ ਲੇਖਕ ਦੀ ਪਤਨੀ ਨੂੰ। ਅਤੇ ਇਸ ਦੇ ਬਾਅਦ ਲਿਖਿਆ ਕਿ ਧੀਏ ਤੱਕ ਮੇਰੇ ਵੱਲ, ਮੈਂ ਸਦਾ ਇਹਦੇ ਵੱਲ ਤੱਕਦੀ ਆਈ ਹਾਂ। ਮਤਲਬ ਫਿਰ ਉਹ ਸੰਬੋਧਨ ਕਰਦੇ ਕਹਿੰਦੇ ਕਿ ਮੇਰੇ ਵੱਲ ਵੇਖ ਔਰ ਮੈਂ ਸਦਾ ਇਸ ਚੰਨ ਵੱਲ ਵੇਖਦੀ ਆਈ ਹਾਂ। ਇਹ ਮੇਰੀਆਂ ਆਸਾਂ ਦਾ ਚੰਨ ਹੈ, ਮਤਲਬ ਆਸਾਂ ਹੋ ਗਿਆ ਉਮੀਦਾਂ ਦਾ ਚੰਨ ਹੈ। ਕਈ ਵਾਰ ਇਹ ਚੜ੍ਹਿਆ ਅਤੇ ਕਈ ਵਾਰ ਡੁੱਬਿਆ, ਪਰ ਨਿੱਤ ਨਵੇਂ ਭਰੋਸੇ ਨਾਲ ਮੈਂ ਇਹਨੂੰ ਉਡੀਕਦੀ ਅਤੇ ਢੂੰਡਦੀ ਰਹੀ ਹਾਂ। ਸਾਰੀ ਉਮਰ ਮੈਨੂੰ ਇਹਦੀ ਚਾਹ ਰਹੀ ਅਤੇ ਮੇਰੀਆਂ ਸਾਰੀਆਂ ਰਾਤਾਂ ਇਹਦੀ ਚਾਨਣੀ ਚਮਕਦੀਆਂ ਰਹੀਆਂ ਹਨ। ਮਤਲਬ ਇਹ ਵੀ ਚੰਨ ਦੀ ਤਾਰੀਫ ਕੀਤੀ ਜਾ ਰਹੀ ਹੈ, ਚੰਨ ਨੂੰ ਸੰਬੋਧਨ ਕਰਦੇ ਹੋਏ ਆਪਣੀ ਜਿਹੜੀ ਨੂੰਹ ਉਹਨੂੰ ਹੌਸਲਾ ਵੀ ਦਿੱਤਾ ਜਾ ਰਿਹਾ। ਹੁਣ ਆਪਾਂ ਪੜ੍ਹਾਂਗੇ ਅਖੀਰਲਾ ਭਾਗ, ਜਾਣੀ ਕਿ ਭਾਗ ਤੀਸਰਾ। ਇਹ ਅਤੀ ਸੋਹਣੀ ਇਸਤਰੀ ਸੰਨ 1930 ਵਿੱਚ ਪੂਰੀ ਹੋ ਗਈ। ਅਤੀ ਸੋਹਣੀ ਮਤਲਬ ਕਾਫੀ ਸੁੰਦਰ। ਮਤਲਬ ਇੱਥੇ ਦੱਸ ਰਿਹਾ ਕਿ ਉਹਦੀ ਜਿਹੜੇ ਦਾਦੀ ਜੀ ਆ 1930 ਦੇ ਵਿੱਚ ਅਕਾਲ ਚਲਾਣਾ ਕਰਕੇ, ਉਦੋਂ ਇਹਨਾਂ ਦੀ ਉਮਰ 100 ਵਰ੍ਹੇ ਦੀ ਸੀ, ਮਤਲਬ ਉਹ 100 ਸਾਲ ਦੇ ਸੀਗੇ ਉਦੋਂ। ਅਖੀਰਲੇ ਦਿਨਾਂ ਤੱਕ ਇਹ ਦੂਜੇ ਦੇ ਖਿਆਲ ਨਾਲ ਭਰਪੂਰ ਰਹੇ, ਮਤਲਬ ਦੂਜਿਆਂ ਦਾ ਹੀ ਧਿਆਨ ਕਰਦੇ ਰਹੇ ਅਖੀਰਲੇ ਸਮੇਂ ਤੱਕ ਵੀ। ਬਿਲਕੁਲ ਸੈਲਫਿਸ਼ ਨਹੀਂ ਸੀਗੇ, ਵੀ ਦੂਜਿਆਂ ਦੇ ਪ੍ਰਤੀ ਸਮਰਪਿਤ ਸੀਗੇ। ਇਹ ਸਿਰਫ 1 ਮਹੀਨਾ ਅਖੀਰਲਾ ਮੰਜੇ ਉੱਪਰ ਪਏ ਰਹੇ। ਮਤਲਬ ਲਾਸਟ ਜਿਹੜਾ ਇਹਨਾਂ ਦਾ 1 ਮੰਥ ਸੀਗਾ ਡੈਥ ਤੋਂ ਪਹਿਲੇ, ਉਹਦੇ ਵਿੱਚ ਇਹ ਬੈੱਡ ਰਿਡਨ ਸੀਗੇ। ਪਰ ਇਹਨਾਂ ਆਪਣੀ ਪੀੜ ਦਾ ਭਾਰ ਕਿਸੇ ਉੱਤੇ ਨਹੀਂ ਪਾਇਆ। ਜਦੋਂ ਕਿਸੇ ਨੇ ਹਾਲ ਪੁੱਛਿਆ ਇਹਨਾਂ ਨੇ ਹੱਸ ਕੇ ਚੰਗਾ ਆਖਿਆ। ਮਤਲਬ ਇਹ ਦੱਸ ਰਹੇ ਕਿ ਵੀ ਜਿਹੜਾ ਇਹਨਾਂ ਦੇ ਅੰਦਰ ਦੁੱਖ ਦਰਦ ਸੀਗਾ ਉਹ ਇਹਨਾਂ ਨੇ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਤਾਂ ਜੋ ਦੁਖੀ ਨਾ ਹੋਣ। ਅਤੇ ਜਦੋਂ ਵੀ ਕੋਈ ਹਾਲ ਪੁੱਛਦਾ ਉਹ ਕਹਿੰਦੇ ਵੀ ਹੱਸ ਕੇ ਚੰਗਾ ਕਹਿੰਦੇ। ਇਹਨਾਂ ਦੀ ਫੂੜੀ ਉੱਤੇ ਕਈਆਂ ਨੇ ਇਹਨਾਂ ਦੀਆਂ ਉਹ ਗੱਲਾਂ ਦੱਸੀਆਂ ਜਿਹੜੀਆਂ ਉਹਨਾਂ ਨੇ ਆਪਣੇ ਘਰ ਨਹੀਂ ਦੱਸੀਆਂ ਸਨ ਜਾਂ ਕੀਤੀਆਂ ਸਨ। ਹੁਣ ਇੱਥੇ ਇੱਕ ਸ਼ਬਦ ਹੁੰਦਾ ਫੂੜੀ ਕੀ ਹੁੰਦਾ ਵਾ, ਆਹ ਲਿਖਿਆ ਵੀ ਜਦੋਂ ਮੌਤ ਦਾ ਅਫਸੋਸ ਕਰਨ ਵਾਲੇ ਬੰਦੇ ਹੁੰਦੇ ਆ, ਉਹ ਜਿਹੜੀ ਇੱਕ ਜ਼ਮੀਨ 'ਤੇ ਵਿਸ਼ੇਦਰੀ 'ਤੇ ਬੰਦੇ ਉਹਨੂੰ ਫੂੜੀ ਕਹਿੰਦੇ ਆ। ਇਹਦੇ ਬਾਅਦ ਲਿਖਿਆ ਹੈ ਕਿ ਇੱਕ ਨੇ ਆਖਿਆ ਮੇਰੇ ਮੁੰਡੇ ਦਾ ਵਿਆਹ ਸੀ, ਮੈਂ ਬੇਬੇ ਜੀ ਕੋਲੋਂ ਕੁਝ ਰੁਪਈਏ ਮੰਗੇ। ਬੇਬੇ ਜੀ ਦੇ ਕੋਲ ਉਦੋਂ ਨਹੀਂ ਸਨ। ਅੰਦਰੋਂ ਟੂੰਬਾਂ ਹੁੰਦੀਆਂ ਗਹਿਣੇ ਵੀ, ਅੰਦਰੋਂ ਗਹਿਣੇ ਚੁੱਕ ਲਏ ਅਤੇ ਕਹਿਣ ਲੱਗੇ ਪੁੱਤਰ ਤੇਰੇ ਚਾਚਾ ਦਾ ਮਨੀ ਆਰਡਰ ਨਹੀਂ ਆਇਆ, ਤੂੰ ਗਹਿਣੇ ਰੱਖ ਕੇ ਰੁਪਈਆ ਚੁੱਕ ਲੈ। ਮਤਲਬ ਇੱਥੇ ਕਹਿ ਰਿਹਾ ਕਿ ਜਿਹੜੇ ਆਪਣੇ ਗਹਿਣੇ ਦੇ ਕੇ ਕਹਿ ਰਿਹਾ ਕਿ ਤੂੰ ਇਹ ਗਹਿਣੇ ਉਧਾਰ 'ਤੇ ਰੱਖ ਕੇ 1 ਰੁਪਈਆ ਚੁੱਕ ਲੈ, ਅਤੇ ਜਦੋਂ ਵੀ ਉਹਨਾਂ ਦਾ ਮਨੀ ਆਰਡਰ ਆ ਜਾਏਗਾ, ਭਾਵ ਕਿ ਉਹਨਾਂ ਦੇ ਪੁੱਤਰ ਦਾ ਮਨੀ ਆਰਡਰ ਆ ਜਾਏਗਾ, ਉਹਨਾਂ ਨੂੰ ਪੈਸੇ ਦੇ ਦੇਗੀ ਔਰ ਉਹ ਗਹਿਣੇ ਛੁਡਾ ਲਏਗਾ। ਇਹੋ ਜਿਹੀਆਂ ਕਈ ਮਿਹਰਬਾਨੀਆਂ ਉਹਨਾਂ ਨੇ ਆਪਣੇ ਘਰ ਦੇ ਦੁਸ਼ਮਣਾਂ ਨਾਲ ਵੀ ਕਰ ਛੱਡਦੇ ਸਨ, ਵੀ ਭਾਵ ਜਿਹੜੇ ਉਹਨਾਂ ਨਾਲ ਲੜੇ ਹੋਏ ਲੋਕ ਸਨ ਉਹਨਾਂ ਨਾਲ ਵੀ ਇਹ ਮਿਹਰਬਾਨੀਆਂ ਕਰਦੇ ਸਨ। ਇੱਕ ਗਵਾਂਢੀ ਮੀਨਜ਼ ਨੇਬਰ ਦੀ ਸ਼ੌਹਰਤ ਬੜੀ ਖਰਾਬ ਸੀ। ਸ਼ੌਹਰਤ ਮਤਲਬ ਪ੍ਰਸਿੱਧੀ, ਜਾਂ ਆਪਾਂ ਕਹਿ ਸਕਦੇ ਹਾਂ ਉਸ ਟਾਈਮ ਉਹਦੀ ਫੇਮ ਬੜੀ ਖਰਾਬ ਸੀਗੀ, ਵੀ ਉਹ ਮਤਲਬ ਮਸਤਿਆ ਫਿਰਦਾ ਹੀ ਆਪਦੀ ਫੇਮ ਦੇ ਉਹਦੇ ਵਿੱਚ। ਉਹ ਹਰ ਕਿਸੇ ਨਾਲ ਧੱਕਾ ਕਰਦਾ ਹੁੰਦਾ ਸੀ, ਸਾਡੇ ਨਾਲ ਵੀ ਉਹਨੇ ਕਦੇ ਭਲੀ ਨਹੀਂ ਗੁਜ਼ਾਰੀ। ਮਤਲਬ ਇੱਥੇ ਕਹਿ ਰਿਹਾ ਕਿ ਉਹ ਹਰ ਕਿਸੇ ਨਾਲ ਮਾੜਾ ਕਰਦਾ ਹੀ, ਔਰ ਵੀ ਸਾਡੇ ਨਾਲ ਵੀ ਅਸੀਂ ਵੀ ਕੋਈ ਐਕਸੈਪਸ਼ਨ ਨਹੀਂ ਸੀਗੇ, ਸਾਡੇ ਨਾਲ ਵੀ ਬੁਰਾ ਕਰਦਾ ਹੀ। ਉਹਦੇ ਘਰ ਵਿਆਹ ਪੈ ਗਿਆ, ਉਹ ਵੀ ਬੇਬੇ ਜੀ ਕੋਲ ਕਿਤੇ ਚੋਰੀ ਆਇਆ ਅਤੇ 100 ਰੁਪਈਆ ਉਹਨਾਂ ਕੋਲੋਂ ਲੈ ਲਿਆ। ਮਤਲਬ ਉਹ ਛੁਪਦਾ ਛੁਪਾਉਂਦਾ ਬੇਬੇ ਜੀ ਕੋਲ ਆਇਆ ਇਹਦੇ ਕੋਲੇ, ਅਤੇ ਉਹਨਾਂ ਤੋਂ 100 ਰੁਪਏ ਉਧਾਰ ਮੰਗ ਲਏ। ਘਰਦਿਆਂ ਨੂੰ ਉਦੋਂ ਕੋਈ ਸ਼ੱਕ ਪਿਆ ਤਾਂ ਉਹਦੇ ਘਰ ਵੜੇ ਕੱਢਣ ਜਾਣ ਲੱਗੇ ਤਾਂ ਪਹਿਲਾ ਵੜਾ ਬੇਬੇ ਜੀ ਕੋਲ ਆਵੇ, ਜੇ ਮੱਠੀਆਂ ਤਲੀਆਂ ਜਾਣ ਤਾਂ ਪਹਿਲੀ ਮੱਠੀ ਬੇਬੇ ਜੀ ਕੋਲ ਆਵੇ। ਵੀ ਜਿਵੇਂ ਉਹਦੇ ਘਰ ਹਲਵਾਈ ਲੱਗੇ, ਵੀ ਜਿਹੜੀ ਵੀ ਚੀਜ਼ ਕੱਢੀ ਜਾ ਰਹੀ ਸੀ ਹਲਵਾਈਆਂ ਦੁਆਰਾ, ਉਹ ਸਭ ਤੋਂ ਪਹਿਲੀ ਚੀਜ਼ ਮਤਲਬ ਇਹ ਜਿਹੜਾ ਹੁੰਦਾ ਵੀ ਪਹਿਲਾ ਟੁਕੜਾ ਬੇਬੇ ਜੀ ਦੇ ਹੱਥ ਵਿੱਚ ਦੇ ਦਿੱਤਾ ਜਾਂਦਾ ਹੈ। ਘਰ ਵਿੱਚ ਚੀਜ਼ ਵਸਦਾ ਆਪਣਾ ਹਿੱਸਾ ਉਹ ਬਰਾਬਰ ਕੱਢ ਕੇ ਸਾਂਭ ਰੱਖਦੇ ਸਨ। ਖਾਂਦੇ ਬਿਲਕੁਲ ਨਹੀਂ ਸਨ, ਪਰ ਸਾਨੂੰ ਪਤਾ ਹੁੰਦਾ ਸੀ ਕਿ ਉਹ ਕਿਸ ਨੂੰ ਦਿੰਦੇ ਹਨ। ਗੁਆਂਢੀਆਂ ਦੇ ਨੌਕਰਾਂ ਨਾਲ ਉਹਨਾਂ ਦਾ ਬੜਾ ਗੂੜਾ ਰਿਸ਼ਤਾ ਹੁੰਦਾ ਸੀ। ਗੂੜਾ ਮਤਲਬ ਕਾਫੀ ਪੱਕਾ ਰਿਸ਼ਤਾ ਹੁੰਦਾ ਸੀ। ਉਹ ਕਈ ਵਾਰ ਬੇਬੇ ਜੀ ਕੋਲ ਆ ਕੇ ਬਹਿੰਦੇ ਅਤੇ ਗੱਲਾਂ ਕਰਦੇ ਹੁੰਦੇ ਸਨ। ਹਰ ਕਿਸੇ ਦਾ ਖਿਆਲ ਸੀ ਕਿ ਬੇਬੇ ਉਸੇ ਦੀ ਹੈ, ਉਸੇ ਦੇ ਭੇਤ ਬੇਬੇ ਨੇ ਸਾਂਭੇ ਹੋਏ ਹਨ, ਭੇਤ ਉਹਦੇ ਸੀਕਰਟਸ। ਮਤਲਬ ਬੇਬੇ ਨੂੰ ਸਾਰੇ ਇੰਨਾ ਪਿਆਰ ਕਰਦੇ ਸੀ ਕਿ ਉਹ ਸਮਝਦੇ ਬੇਬੇ ਉਹਨਾਂ ਦੀ ਹੋਈ ਆ। ਅਤੇ ਪਰ ਫੂੜੀ ਉੱਤੇ ਜਦੋਂ 13 ਦਿਨ ਹਰ ਕਿਸੇ ਨੇ ਆਪਣੀਆਂ ਯਾਦਾਂ ਨੰਗੀਆਂ ਕਰ ਵਿਖਾਈਆਂ ਤਾਂ ਮੈਨੂੰ ਜਾਪਿਆ ਉਹ ਮੇਰੀ ਦਾਦੀ ਨਹੀਂ ਸੀ, ਉਹ ਸਾਨੀ ਦਿਲਾਂ ਦੀ ਬੈਂਕ ਸੀ। ਮਤਲਬ ਇਹ ਦੱਸ ਰਿਹਾ ਵੀ ਜੋ 13 ਦਿਨ ਉਹਨਾਂ ਦੀ ਉਹ 13 ਦਿਨਾਂ ਬਾਅਦ ਭੋਗ ਪਾਇਆ ਜਾਂਦਾ ਨਾ, ਵੀ 13 ਦਿਨਾਂ ਬਾਅਦ ਉਹਨਾਂ ਦੀ ਉਹ ਕੀਤੀ ਗਈ, 13 ਦਿਨ ਅਫਸੋਸ ਕੀਤਾ ਗਿਆ, ਅਤੇ ਲੋਕਾਂ ਨੇ ਆ ਕੇ ਕਿਸੇ ਕਹਾਣੀਆਂ ਦੱਸੀਆਂ ਤਾਂ ਪਤਾ ਲੱਗਿਆ ਕਿ ਬੇਬੇ ਦਾ ਕਿਰਦਾਰ ਕਿਸ ਤਰੀਕੇ ਦਾ ਸੀਗਾ। ਅਤੇ ਇਸ ਦੇ ਬਾਅਦ ਲਿਖਿਆ ਕਿ ਮੇਰੇ ਆਕਾਸ਼ਾਂ ਵਿੱਚ ਤਾਰੇ ਤਾਂ ਅਨੇਕਾਂ ਹਨ, ਪਰ ਮੇਰਾ ਸੂਰਜ ਅਤੀ ਸੋਹਣੀ ਇਸਤਰੀ ਸੀ। ਮਤਲਬ ਇੱਥੇ ਫਿਰ ਉਹ ਆਪਣੇ ਬੇਬੇ ਦੀ ਤਾਰੀਫ ਕਰਦਾ, ਕਹਿੰਦਾ ਹੈ ਕਿ ਮਤਲਬ ਮੇਰੀ ਜ਼ਿੰਦਗੀ ਰੂਪੀ ਆਕਾਸ਼ ਦੇ ਵਿੱਚ ਬਹੁਤ ਸਾਰੇ ਤਾਰੇ ਸੀਗੇ, ਪਰ ਸੂਰਜ ਇੱਕੋ ਸੀ ਔਰ ਉਹਦੀ ਬੇਬੇ ਸੀਗੀ। ਅਤੇ ਇਹਦੇ ਬਾਅਦ ਲਿਖਿਆ ਕਿ ਮੇਰਾ ਚੰਨ, ਭਾਵ ਕਿ ਮੇਰਾ ਚੰਦਰਮਾ ਮੇਰੇ ਪਿਤਾ ਜੀ ਦਾ ਇੱਕ ਅਨੋਖਾ ਮਿੱਤਰ ਸਰਦਾਰ ਰਘਬੀਰ ਸਿੰਘ ਸੀ।
ਮੇਰੀ ਆਤਮਾ ਵਿੱਚ ਜਿਹੜਾ ਚਾਨਣ ਹੈ ਉਹ ਇਹਨਾਂ ਦੋਨਾਂ 'ਚੋਂ ਆਈ ਕਿਸੇ ਨਾ ਕਿਸੇ ਕਿਰਨ ਦਾ ਹੈ। ਮਤਲਬ ਇਹ ਦੋਨਾਂ ਦੀ ਤਾਰੀਫ ਕਰ ਰਿਹਾ ਕਿ ਉਹਦੀ ਦਾਦੀ ਅਤੇ ਉਹਦੇ ਜਿਹੜਾ ਮਿੱਤਰ ਆ ਉਹਨਾਂ ਦਾ ਕੀ ਇੰਪੈਕਟ ਰਿਹਾ ਉਹਦੀ ਲੇਖਕ ਦੀ ਲਾਈਫ 'ਤੇ। ਹੁਣ ਆਪਾਂ ਪੜ੍ਹਾਂਗੇ ਇਹ ਤਿੰਨੇ ਭਾਗਾਂ ਦੀ ਵਿਆਖਿਆ ਨੂੰ। ਮੇਰੇ ਦਾਦੀ ਜੀ ਯਾਦ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਇਸ ਨੂੰ ਹੇਠ ਲਿਖੇ 3 ਭਾਗਾਂ ਵਿੱਚ ਵੰਡ ਲਿਆ ਹੈ ਜੋ ਇਸ ਦੇ ਨੇੜੇ ਨਾਲ ਰੁਤਬਾ ਕਾਇਮ ਕੀਤਾ ਜਾ ਸਕੇ। ਪਹਿਲਾ ਭਾਗ ਸੀਗਾ ਕਿ ਦਾਦੀ ਜੀ ਉਮਰ, ਕੱਦ ਅਤੇ ਸੁਭਾਅ ਅਤੇ ਵਿਚਾਰ, ਮਤਲਬ ਇੱਥੇ ਉਹਨਾਂ ਦੇ ਕਰੈਕਟਰ ਬਾਰੇ ਦੱਸਿਆ ਜਾਏਗਾ, ਕਰੈਕਟਰ ਔਰ ਅਪੀਅਰੈਂਸ ਬਾਰੇ। ਦੂਜਾ ਭਾਗ ਸੀ ਕਿ ਦਾਦੀ ਜੀ ਦਾ ਕੁਦਰਤ ਪ੍ਰਤੀ ਸਤਿਕਾਰ ਕਿੰਨਾ ਸੀਗਾ। ਔਰ ਤੀਸਰਾ ਭਾਗ ਸੀਗਾ ਕਿ ਦਾਦੀ ਜੀ ਦੀ ਮੌਤ ਮਗਰੋਂ ਲੋਕਾਂ ਵੱਲੋਂ ਉਹਨਾਂ ਦੇ ਸੁਭਾਅ ਸੰਬੰਧੀ ਦਿੱਤੀ ਜਾਣਕਾਰੀ। ਪਹਿਲਾ ਭਾਗ ਆ ਗਿਆ ਊੜਾ। ਮੇਰੇ ਦਾਦੀ ਜੀ ਯਾਦ ਦੇ ਪਹਿਲੇ ਭਾਗ ਵਿੱਚ ਦਾਦੀ ਜੀ ਦੀ ਉਮਰ, ਕੱਦ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ 93 ਸਾਲਾਂ ਦੇ ਬਜ਼ੁਰਗ ਸਨ। ਕੱਦ ਉਹਨਾਂ ਦਾ ਮਸਾਂ 4.5 ਫੁੱਟ ਦੇ ਕਰੀਬ ਸੀ, ਪਰ ਉਹ ਬਹੁਤ ਹੀ ਕੋਮਲ ਦਿਲ ਦੇ ਇਨਸਾਨ ਸਨ। ਲੇਖਕ ਦੇ ਕਹਿਣ ਮੁਤਾਬਕ ਉਹ ਇੱਕ ਪੁਰਾਤਨ ਸਿੱਖ ਨਮੂਨਾ ਸਨ, ਵੀ ਮਤਲਬ ਪ੍ਰੋਪਰ ਉਹ ਜਿਹੜੇ ਪੁਰਾਣੇ ਟਾਈਮ ਦੇ ਸਿੱਖ ਸੀਗੇ ਉਹਨਾਂ ਦੇ ਜਿਉਂਦੇ ਜਾਗਦੇ ਐਗਜ਼ਾਮਪਲ ਸੀਗੇ। ਉਹ ਜੋ ਵੀ ਕੰਮ ਕਰਦੇ ਸਨ ਧਰਮ ਸਮਝ ਕੇ ਕਰਦੇ। ਧਰਮ ਉਹਨਾਂ ਦੀ ਨਜ਼ਰ ਵਿੱਚ ਕੋਈ ਸਿਧਾਂਤ ਜਾਂ ਅਕੀਦਾ ਮਾਤਰ ਨਹੀਂ ਸੀ, ਸਗੋਂ ਉਹ ਸਮੁੱਚਾ ਜੀਵਨ ਸੀ। ਉਹ ਪਰੰਪਰਿਕ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਦੇ ਸਨ। ਘਰੋਂ ਕੋਈ ਅਸੰਤੁਸ਼ਟ ਚਲਾ ਜਾਏ ਤਾਂ ਉਹ ਕਹਿੰਦੇ ਸਨ ਕਿ ਕੋਈ ਦੁੱਖ ਆਉਣ ਵਾਲਾ ਹੈ। ਜੇਕਰ ਅਚੇਤੇ ਸਚੇਤੇ ਕਿਸੇ ਫਕੀਰ ਦਾ ਨਿਰਾਦਰ ਹੋ ਜਾਏ ਤਾਂ ਉਹ ਸਮਝਦੇ ਸਨ ਕੋਈ ਨੁਕਸਾਨ ਹੋਣ ਵਾਲਾ ਹੈ। ਅਚੇਤੇ ਸਚੇਤੇ ਮੀਨਜ਼ ਨੋਇੰਗਲੀ ਔਰ ਅਨਨੋਇੰਗਲੀ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਵਿਸ਼ਵਾਸ ਰੱਖਦੇ ਸਨ, ਪਰ ਪੂਰਨ ਚੰਦ ਸਮੇਂ ਵਰਤ ਵੀ ਰੱਖਦੇ ਸਨ। ਭਾਵੇਂ ਉਹ ਅਨਪੜ੍ਹ ਸਨ, ਪਰ ਬੇਅੰਤ ਲੋਕ ਗੀਤ, ਕਥਾ, ਕਹਾਣੀਆਂ ਉਹਨਾਂ ਨੂੰ ਜ਼ੁਬਾਨੀ ਯਾਦ ਸਨ। ਭਾਵ ਉਹ ਬਹੁਤ ਸੂਝਵਾਨ ਇਨਸਾਨ ਸਨ। ਮਤਲਬ ਇਹ ਜਿਹੜੀ ਸਾਰੀ ਦੀ ਸਾਰੀ ਵਿਆਖਿਆ ਇਹਨੂੰ ਮੈਂ ਪ੍ਰੋਪਰ ਉੱਤੇ ਡਿਟੇਲ ਦੇ ਵਿੱਚ ਹਰੇਕ ਭਾਗ ਦੇ ਵਿੱਚ ਵੀ ਸਮਝਾਇਆ, ਉਹਨੂੰ ਹੀ ਇਹਨਾਂ ਨੇ ਲਿਖਿਆ ਹੋਇਆ ਇੱਥੇ। ਤਾਂ ਇਹ ਸੈਲਫ ਐਕਸਪਲੇਨੇਟਰੀ ਆ ਪੂਰੀ ਦੀ ਪੂਰੀ। ਇਹਦੇ ਬਾਅਦ ਆ ਗਈ ਟਿੱਪਣੀ। ਮੇਰੇ ਦਾਦੀ ਜੀ ਉਸ ਯਾਦ ਦੇ ਇਸ ਭਾਗ ਵਿੱਚੋਂ ਸਾਨੂੰ ਲੇਖਕ ਦੇ ਦਾਦੀ ਜੀ ਦੀ ਉਮਰ, ਕੱਦ, ਸੁਭਾਅ ਆਦਿ ਬਾਰੇ ਸੂਚਨਾ ਮਿਲਦੀ ਹੈ। ਨਾਲ ਹੀ ਇੱਥੋਂ ਉਹਨਾਂ ਦੇ ਧਰਮ ਪ੍ਰਤੀ ਉਹਨਾਂ ਦਾ ਨਜ਼ਰੀਆ ਵੀ ਸਪਸ਼ਟ ਹੁੰਦਾ ਹੈ ਅਤੇ ਉਹਨਾਂ ਦੇ ਅਨਪੜ੍ਹ ਹੋਣ ਦਾ ਪਤਾ ਵੀ ਲੱਗਦਾ ਹੈ। ਅਨਪੜ੍ਹ ਹੋਣ ਦੇ ਬਾਵਜੂਦ ਉਹਨਾਂ ਦੀਆਂ ਬੇਅੰਤ ਮੀਨਜ਼ ਐਂਡਲੈਸ ਲੋਕ ਗੀਤ, ਲੋਕ ਕਹਾਣੀਆਂ ਅਤੇ ਕਥਾਵਾਂ ਆਦਿ ਬਾਰੇ ਜ਼ੁਬਾਨੀ ਯਾਦ ਸਨ। ਕੁੱਲ ਮਿਲਾ ਕੇ ਉਹ ਬਹੁਤ ਨਿੱਘੇ ਇਨਸਾਨ ਸਨ। ਯਾਦ ਦੇ ਇਸ ਪਹਿਲੇ ਭਾਗ ਰਾਹੀਂ ਦਾਦੀ ਜੀ ਦੀ ਸ਼ਖਸੀਅਤ ਦੀਆਂ ਸਾਰੀਆਂ ਖੂਬੀਆਂ ਸਹਿਜੇ ਉਜਾਗਰ ਹੋ ਜਾਂਦੀਆਂ ਹਨ। ਇੱਥੇ ਇਸ ਲਈ ਇਹ ਸਭ ਕੁਝ ਬਿਆਨ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਹੁਣ ਆਪਾਂ ਦੂਸਰੇ ਭਾਗ ਦੀ ਵਿਆਖਿਆ ਪੜ੍ਹਾਂਗੇ। ਦੂਸਰਾ ਭਾਗ ਉਹਨਾਂ ਦੇ ਕੁਦਰਤ ਪ੍ਰਤੀ ਅਥਾਹ ਸਤਿਕਾਰ ਨੂੰ ਜਤਾਉਂਦਾ ਹੈ। ਅਥਾਹ ਮੀਨਸ ਵੀ ਬੇਅੰਤ। ਉਹ ਕੁਦਰਤ ਦਾ ਸਿਰਫ ਸਤਿਕਾਰ ਹੀ ਨਹੀਂ ਕਰਦੇ ਸਨ, ਸਗੋਂ ਕੁਦਰਤ ਪ੍ਰਤੀ ਉਹਨਾਂ ਦਾ ਅੰਤਾਂ ਦਾ ਪਿਆਰ ਸੀ। ਖੇਤੀ ਵਿੱਚ ਉਹਨਾਂ ਦੀ ਰੁਚੀ ਪ੍ਰਬਲ ਸੀ। ਪ੍ਰਬਲ ਮੀਨਸ ਸਟਰੋਂਗ। ਜਦੋਂ ਨਵਾਂ ਚੰਨ ਚੜ੍ਹਦਾ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਉਹ ਸਭ ਨੂੰ ਆਵਾਜ਼ਾਂ ਮਾਰਦੇ, ਅਸੀਸਾਂ ਦਿੰਦੇ ਅਤੇ ਸਭ ਦੀ ਖੁਸ਼ੀ ਲਈ ਅਰਦਾਸਾਂ ਕਰਦੇ ਨਹੀਂ ਥੱਕਦੇ ਸਨ। ਮਤਲਬ ਇੱਥੇ ਬੇਸਿਕਲੀ ਉਹਨਾਂ ਦਾ ਜੋ ਨੇਚਰ ਪ੍ਰਤੀ ਪਿਆਰ ਸੀਗਾ ਉਹ ਸਾਰਾ ਡਿਸਕ੍ਰਾਈਬ ਕੀਤਾ। ਇਹ ਵੀ ਮੈਂ ਪ੍ਰੋਪਰ ਡਿਟੇਲ 'ਚ ਉੱਪਰ ਐਕਸਪਲੇਨ ਕੀਤਾ ਹੋਇਆ ਵਾ। ਤੀਜੇ ਭਾਗ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸੰਨ 1930 ਵਿੱਚ ਉਹਨਾਂ ਨੇ ਅਕਾਲ ਚਲਾਣਾ ਕੀਤਾ ਤਾਂ ਉਹਨਾਂ ਦੀ ਉਮਰ 100 ਵਰ੍ਹਿਆਂ ਦੀ ਸੀ। ਇਹ ਵੀ ਦੱਸਿਆ ਵੀ ਉਸ ਲਗਭਗ 100 ਸਾਲ ਦੇ ਸੀਗੇ 1930 ਜਦੋਂ ਉਹਨਾਂ ਦੀ ਡੈਥ ਹੋਈ ਸੀਗੀ। ਉਹ ਅਖੀਰਲੇ ਸਾਹ ਤੱਕ ਉਹ ਸਭ ਦਾ ਖਿਆਲ ਕਰਦੇ ਰਹੇ। ਉਮਰ ਦੇ ਆਖਰੀ 1 ਮਹੀਨੇ ਉਹ ਮੰਜੇ 'ਤੇ ਪਏ ਰਹੇ, ਪਰ ਉਹਨਾਂ ਨੇ ਆਪਣੀ ਪੀੜ ਦਾ ਭਾਰ ਕਿਸੇ ਉੱਤੇ ਨਹੀਂ ਪਾਇਆ। ਮਤਲਬ ਵੀ ਉਹਨਾਂ ਨੂੰ ਕੀ ਤਕਲੀਫ ਹੈ ਇਹ ਕਿਸੇ ਹੋਰ ਨੂੰ ਦੱਸ ਕੇ ਉਹਨਾਂ 'ਤੇ ਬੋਝ ਨਹੀਂ ਪਾਇਆ। ਅਫਸੋਸ ਬੁਲਾਉਣ ਆਏ ਲੋਕਾਂ ਨੇ ਫੂੜੀ 'ਤੇ ਬੈਠਿਆਂ ਉਹਨਾਂ ਨੂੰ ਖੁੱਲ੍ਹੇ ਡੁੱਲੇ ਸੁਭਾਅ ਅਤੇ ਨੇਕ ਵਿਚਾਰਾਂ ਬਾਰੇ ਜੋ ਗੱਲਾਂ ਸਾਂਝੀਆਂ ਕੀਤੀਆਂ ਉਹ ਉਹਨਾਂ ਦੇ ਘਰਦਿਆਂ ਤੱਕ ਨੂੰ ਨਹੀਂ ਪਤਾ ਸਨ। ਵੀ ਮਤਲਬ ਉਹ ਜਿਹੜੇ ਚੰਗੇ ਕਰਮ ਕਰਦੇ ਸੀਗੇ ਉਹ ਉਹਨਾਂ ਦੇ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਦੱਸਦੇ ਸਨ। ਇਹਨਾਂ ਗੱਲਾਂ ਨੂੰ ਸੁਣ ਕੇ ਲੇਖਕ ਨੂੰ ਇੰਝ ਲੱਗਿਆ ਕਿ ਜਿਵੇਂ ਸਿਰਫ ਉਸ ਦੀ ਦਾਦੀ ਹੀ ਨਹੀਂ ਸਨ, ਸਗੋਂ ਉਹ ਤਾਂ ਇਨਸਾਨੀ ਦਿਲਾਂ ਦਾ ਇੱਕ ਬੈਂਕ ਸਨ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਇਹਦੇ ਬਾਰੇ ਟਿੱਪਣੀ ਜਾਂ ਕਮੈਂਟਸ ਜਿਹਨੂੰ ਕਹਿੰਦੇ ਆ। ਇਉਂ ਇਹ ਯਾਦ ਲੇਖਕ ਦੀ ਦਾਦੀ ਜੀ ਦਾ ਇੱਕ ਕਿਸਮ ਦਾ ਰੇਖਾ ਚਿੱਤਰ ਹੈ। ਰੇਖਾ ਚਿੱਤਰ ਆਪਾਂ ਕਹਿ ਸਕਦੇ ਹਾਂ ਕਰੈਕਟਰ, ਠੀਕ ਹੈ, ਜਾਂ ਸ਼ਬਦ ਚਿੱਤਰ ਬਣ ਜਾਂਦਾ ਹੈ। ਇਸ 'ਚੋਂ ਸੂਚਨਾ ਮਿਲਦੀ ਹੈ ਕਿ ਲੇਖਕ ਦੀ ਦਾਦੀ ਜੀ ਲੋਕ ਜੀਵਨ ਨਾਲ ਭਰਪੂਰ ਤਰ੍ਹਾਂ ਲਬਰੇਜ਼ ਹਨ। ਉਹ ਇੱਕ ਬਹੁਤ ਹੀ ਨੇਕ ਦਿਲ ਦੇ ਇਨਸਾਨ ਸਨ। ਸਾਰੇ ਧਰਮਾਂ 'ਤੇ ਉਹਨਾਂ ਦੀਆਂ ਰਹੁ ਰੀਤਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਸਤਿਕਾਰ ਸੀ। ਇਉਂ ਇਸ ਯਾਦ ਰਾਹੀਂ ਉਹਨਾਂ ਦਾ ਭਰਵਾਂ ਬਿੰਬ ਸਹਿਜੇ ਹੀ ਉਜਾਗਰ ਹੋ ਜਾਂਦਾ। ਭਰਵਾਂ ਬਿੰਬ ਮਤਲਬ ਕੰਪਲੀਟ ਜਿਹੜਾ ਉਹਨਾਂ ਦਾ ਕੰਪਲੀਟ ਇਮੇਜ, ਭਰਵਾਂ ਬਿੰਬ ਹੋ ਗਿਆ ਕੰਪਲੀਟ ਇਮੇਜ ਉਜਾਗਰ ਹੋ ਜਾਂਦਾ ਹੈ। ਇਸ ਯਾਦ ਨੂੰ ਪੇਸ਼ ਕਰਨ ਦਾ ਢੰਗ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਕਲਾਤਮਕ ਹੈ। ਵੈਸੇ ਮੈਂ ਇਹਨੂੰ ਅੰਡਰਲਾਈਨ ਕਰਨਾ ਭੁੱਲ ਗਿਆ, ਇੱਥੇ ਹੁਣ ਅੰਡਰਲਾਈਨ ਕਰ ਦਿੰਦਾ। ਇਹਦਾ ਮਤਲਬ ਹੁੰਦਾ ਵਾ ਕੰਪਲੀਟ ਇਮੇਜ। ਬਹੁਤ ਹੀ ਕਲਾਤਮਕ ਢੰਗ ਹੈ। ਇਸ ਵਿੱਚੋਂ ਲੇਖਕ ਦੀ
ਵਾਰਤਕ ਸ਼ੈਲੀ ਦੇ ਗੁਣ ਸਹਿਜੇ ਹੀ ਉਜਾਗਰ ਹੋ ਜਾਂਦੇ ਹਨ। ਮਤਲਬ ਵੀ ਇੱਥੇ ਵਾਰਤਕ ਸ਼ੈਲੀ ਦੱਸਿਆ ਗਿਆ ਕਿ ਉਹਦੀ ਜਿਹੜੀ ਹੈਗੀ ਆ ਵਾਰਤਕ ਕਰਨ ਦੀ ਸਟਾਈਲਿੰਗ ਹੈ ਜਾਂ ਉਹਦਾ ਤਰੀਕਾ ਵਾ ਉਹ ਵੀ ਸਾਫ਼-ਸਾਫ਼ ਉਜਾਗਰ ਹੋ ਜਾਂਦਾ, ਮਤਲਬ ਡਿਸਪਲੇ ਹੋ ਜਾਂਦਾ ਪ੍ਰੋਪਰਲੀ। ਨਿੱਕੇ ਨਿੱਕੇ ਵਾਕਾਂ ਦੀ ਸਿਰਜਣਾ ਅਤੇ ਅਲੰਕ੍ਰਿਤ ਭਾਸ਼ਾ ਦੀ ਵਰਤੋਂ। ਅਲੰਕ੍ਰਿਤ ਹੁੰਦਾ ਅਲੰਕਾਰ ਤੋਂ ਸ਼ਬਦ ਬਣਦਾ। ਅਲੰਕਾਰ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਗਹਿਣਾ। ਗਹਿਣੇ ਨੂੰ ਆਪਾਂ ਗਹਿਣੇ ਨੂੰ ਕਾਹਦੇ ਵਾਸਤੇ ਵਰਤਦੇ ਹਾਂ? ਸਜਾਵਟ ਵਾਸਤੇ। ਤਾਂ ਇੱਥੇ ਜਿਹੜੇ ਸ਼ਬਦਾਂ ਦੇ ਨਾਲ ਆਪਾਂ ਵਾਰਤਕ ਦੀ ਸਜਾਵਟ ਕੀਤੀ ਆ ਉਹਦੇ ਬਾਰੇ ਗੱਲ ਕੀਤੀ ਗਈ ਹੈ। ਠੀਕ ਹੈ। ਵਾਰਤਕ ਸ਼ੈਲੀ ਵਿੱਚ ਰੋਚਕ ਸੋਝਮਈ ਬਣਾਉਣ ਦਾ ਅਹਿਮ ਭੂਮਿਕਾ ਨਿਭਾਉਂਦੀ ਹੈ। ਮਤਲਬ ਰੋਚਕ ਹੋ ਗਿਆ ਇੰਟਰਸਟਿੰਗ, ਔਰ ਸੋਝਮਈ ਹੋ ਗਿਆ ਸਿੰਪਲ। ਵੀ ਸਿੰਪਲ ਔਰ ਇੰਟਰਸਟਿੰਗ ਬਣਾਉਂਦੀ ਹੈ, ਭੂਮਿਕਾ ਨਿਭਾਉਂਦੀ ਹੈ ਵਾਰਤਕ ਸ਼ੈਲੀ ਜਿਹੜੀ ਇਹਨਾਂ ਦੀ ਹੈ। ਜਿਵੇਂ ਕਿ ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਉਹ 3 ਉੱਤੇ 93 ਵਰ੍ਹਾਂ ਦੇ, ਮਤਲਬ 96 ਈਅਰਸ। ਇਹ ਛੋਟੇ ਹਨ, ਬਹੁਤ ਛੋਟੇ, ਮਸਾਂ 4 ਤੇ ਅੱਧਾ ਫੁੱਟ। ਇਹ ਬੇਸਿਕਲੀ ਦੱਸਿਆ ਗਿਆ ਕਿ ਕਿਸ ਤਰੀਕੇ ਦੀ ਇਹਨਾਂ ਦੀ ਜਿਹੜੀ ਹੈਗੀ ਵਾਰਤਕ ਸ਼ੈਲੀ ਆ। ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿਹੜੇ ਐਗਜ਼ਾਮਪਲ ਦਿੱਤੇ ਗਏ ਆ ਪੂਰੇ ਦੇ ਪੂਰੇ, ਇਹ ਜਿਹੜਾ ਲੇਖਕ ਹੈ ਉਹਨਾਂ ਦੀ ਵਾਰਤਕ ਸ਼ੈਲੀ ਹੈ ਕਿ ਉਹਨਾਂ ਦਾ ਸਟਾਈਲ ਹੈ ਵਾਰਤਕ ਲਿਖਣ ਦਾ। ਲੇਖਕ ਦੀ ਇਸ ਯਾਦ ਦਾ ਮੁੱਖ ਪਾਤਰ ਉਸਦੇ ਦਾਦੀ ਜੀ ਹਨ, ਜਿਨ੍ਹਾਂ ਦੀ ਸ਼ਖਸੀਅਤ, ਕਰਨੀ ਅਤੇ ਸੁਭਾਅ ਦੇ ਗੁਣ ਲੇਖਕ ਦੀ ਸਿਮਰਤੀ ਵਿੱਚ ਅੰਕਿਤ ਹਨ। ਸਿਮਰਤੀ ਮੀਨਸ ਮੈਮਰੀ, ਸਿਮਰਤੀ ਨੂੰ ਮੈਮਰੀ ਕਹਿੰਦੇ ਆ। ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਦੀ ਸ਼ਖਸੀਅਤ ਦੇ ਸਾਰੇ ਲੱਛਣ ਲੇਖਕ ਦੀ ਸਦੀਵੀ ਯਾਦ ਦਾ ਦਰਜਾ ਰੱਖਦੇ ਹਨ। ਵੀ ਫੋਰ ਐਵਰ ਮੈਮਰੀ ਦੇ ਵਿੱਚ ਉਹਨਾਂ ਦੀ ਦਰਜ ਹਨ, ਕਿਉਂਕਿ ਉਹਨਾਂ ਦਾ ਕਰੈਕਟਰ ਹੀ ਇੰਨਾ ਮਤਲਬ ਕਹਿ ਸਕਦੇ ਆਪਾਂ ਪ੍ਰਭਾਵਸ਼ਾਲੀ ਸੀਗਾ। ਉਹਨਾਂ ਦੀ ਸ਼ਖਸੀਅਤ ਦੇ ਕਈ ਮਹੱਤਵਪੂਰਨ ਪਹਿਲੂ ਉਹਨਾਂ ਦੇ ਅਕਾਲ ਚਲਾਣੇ ਮਗਰੋਂ ਘਰ ਅਫਸੋਸ ਬੁਲਾਉਣ ਆਏ ਲੋਕਾਂ ਰਾਹੀਂ ਉਜਾਗਰ ਹੁੰਦੇ ਹਨ। ਲੋਕਾਂ ਦੀ ਗੱਲਬਾਤ ਤੋਂ ਪਤਾ ਚੱਲਦਾ ਹੈ ਕਿ ਦੋਸਤ ਦੁਸ਼ਮਣ ਦਾ ਵਿਤਕਰਾ ਕੀਤੇ ਬਗੈਰ ਉਹ ਸਭ ਦੀ ਮਦਦ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਸਨ। ਮਤਲਬ ਇੱਥੇ ਦੱਸਿਆ ਗਿਆ ਕਿ ਉਹ ਨਾ ਦੋਸਤ ਦਾ ਫਰਕ ਕਰਦੇ ਸਨ ਨਾ ਦੁਸ਼ਮਣ ਦਾ। ਵਿਤਕਰਾ ਮਤਲਬ ਹੁੰਦਾ ਡਿਫਰੈਂਸ। ਵੀ ਇਹ ਉਹਨਾਂ ਦੇ ਕਰੈਕਟਰ ਦੀ ਜਿਹੜੀ ਸੀਗੀ ਕੁਆਲਿਟੀ ਸੀਗੀ। ਹੁਣ ਆਪਾਂ ਪੜ੍ਹਾਂਗੇ ਯਾਦ ਵਾਰਤਕ ਰੂਪਕਾਰ ਬਾਰੇ ਕੁਝ ਜ਼ਰੂਰੀ ਗੱਲਾਂ। ਸਭ ਤੋਂ ਪਹਿਲਾਂ ਯਾਦ ਕੀ ਹੁੰਦੀ ਹੈ? ਯਾਦ ਦੀ ਥਾਂ ਕਈ ਵਾਰ ਸ਼ਬਦ ਸੰਸਮਰਣ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਹਨਾਂ ਸ਼ਬਦਾਂ ਲਈ ਮੈਮਰੀ ਸ਼ਬਦ ਵਰਤਿਆ ਜਾਂਦਾ। ਮਤਲਬ ਯਾਦ ਨੂੰ ਮੈਮਰੀਜ਼ ਕਹਿੰਦੇ ਆ, ਯਾਦ ਜਾਂ ਸੰਸਮਰਣ ਨੂੰ ਮੈਮਰੀਜ਼ ਕਹਿੰਦੇ ਆ। ਜ਼ਿੰਦਗੀ ਵਿੱਚ ਸਾਨੂੰ ਕਈ ਕੌੜੇ ਮਿੱਠੇ ਅਨੁਭਵ ਹੁੰਦੇ ਆ। ਅਨੁਭਵ ਮੀਨਸ ਐਕਸਪੀਰੀਅੰਸਿਸ। ਕਦੀ ਹਾਦਸੇ ਸਾਡੇ ਨਾਲ ਵਾਪਰਦੇ ਹਨ, ਕਦੀ ਚੰਗੇ ਮੰਨਦੇ ਇਨਸਾਨਾਂ ਨਾਲ ਸਾਡਾ ਵਾਹ ਪੈਂਦਾ ਹੈ, ਅਤੇ ਕਦੇ ਹਸੀਨ ਪਲ ਸਾਡੀ ਜ਼ਿੰਦਗੀ ਵਿੱਚ ਆਉਂਦੇ ਹਨ। ਪਰ ਇਹਨਾਂ ਵਿੱਚੋਂ ਕੁਝ ਗੱਲਾਂ ਹੀ ਹੁੰਦੀਆਂ ਹਨ ਜੋ ਸਾਡੀ ਜ਼ਿੰਦਗੀ ਦਾ ਸਰਮਾਇਆ ਮੀਨਸ ਸਮਥਿੰਗ ਵੈਲਿਊਏਬਲ ਬਣ ਜਾਇਆ ਕਰਦੀਆਂ ਹਨ। ਜਦੋਂ ਕੋਈ ਲੇਖਕ ਇਹਨਾਂ ਗੱਲਾਂ ਨੂੰ ਲਿਖਤੀ ਰੂਪ ਦਿੰਦਾ ਹੈ ਤਾਂ ਜੋ ਪਾਠਕ ਮਤਲਬ ਰੀਡਰ ਵੀ ਉਹਨਾਂ ਦਾ ਆਨੰਦ ਲੈ ਸਕਦਾ ਹੈ ਅਤੇ ਉਹਨਾਂ ਤੋਂ ਕੁਝ ਵੀ ਸਿੱਖ ਸਕਦਾ ਹੈ। ਉਹਨਾਂ ਨੂੰ ਸਾਹਿਤ ਦੀ ਭਾਸ਼ਾ ਵਿੱਚ ਯਾਦਾਂ ਜਾਂ ਸੰਸਮਰਣ ਕਿਹਾ ਜਾਂਦਾ ਹੈ। ਮਤਲਬ ਇੱਥੇ ਬੇਸਿਕਲੀ ਇਹਨਾਂ ਨੇ ਸਮਝਾਇਆ ਕਿ ਮੈਮਰੀਜ਼ ਕਹਿੰਦੇ ਕਿਹਨੂੰ ਆ। ਵੀ ਜਦੋਂ ਕੋਈ ਜਿਹੜਾ ਮਤਲਬ ਹੁੰਦਾ ਵਾ ਰਾਈਟਰ ਹੁੰਦਾ ਵਾ, ਉਹ ਬੇਸਿਕਲੀ ਆਪਦੇ ਕੋਈ ਵੈਲਿਊਏਬਲ ਐਕਸਪੀਰੀਅੰਸਿਸ ਸ਼ੇਅਰ ਕਰਦਾ ਵਾ ਤਾਂ ਜੋ ਜਿਹੜੇ ਰੀਡਰਸ ਨੇ ਉਹ ਵੀ ਉਹ ਤੋਂ ਕੋਈ ਸਿੱਖ ਸਕਣ। ਤਾਂ ਇਹਨੂੰ ਬੇਸਿਕਲੀ ਉਹ ਕਹਿ ਦਿੰਦੇ ਆ, ਯਾਦਾਂ ਕਹਿ ਦਿੰਦੇ ਆ, ਜਾਂ ਸੰਸਮਰਣ ਕਹਿ ਦਿੰਦੇ ਆ, ਜਾਂ ਮੈਮਰੀਜ਼ ਕਹਿ ਦਿੰਦੇ ਆ। ਅਕਸਰ ਯਾਦਾਂ ਦੇ ਪਾਤਰ ਹੁੰਦੇ ਆ ਕਰੈਕਟਰਸ ਲੇਖਕ ਆਪ ਹੋਣ ਦੀ ਥਾਵੇਂ ਕੋਈ ਹੋਰ ਵਿਅਕਤੀ ਹੋਇਆ ਕਰਦੇ ਹਨ। ਜਿਵੇਂ ਗੁਰਬਖਸ਼ ਸਿੰਘ ਦੀ ਯਾਦ ਮੇਰੀ ਦਾਦੀ ਜੀ ਦੇ ਪਾਤਰ ਉਸਦੇ ਦਾਦੀ ਜੀ ਹਨ, ਜੋ ਅਸਧਾਰਨ ਮੀਨਸ ਐਕਸਟਰਾਆਰਡੀਨਰੀ ਸ਼ਖਸੀਅਤ ਦੇ ਮਾਲਕ ਹਨ। ਸੋ ਕਿਹਾ ਜਾ ਸਕਦਾ ਹੈ ਕਿ ਯਾਦ ਵਾਰਤਕ ਵਿੱਚ ਬਹੁਤ ਹੀ ਮਹੱਤਵਪੂਰਨ ਵੰਨਗੀ ਹੈ। ਵੰਨਗੀ ਮੀਨਸ ਟਾਈਪ। ਜਿਸ ਦੀ ਮੌਜੂਦਗੀ ਦੂਸਰੀਆਂ ਸਾਹਿਤਕ ਵੰਨਗੀਆਂ ਵਿੱਚ ਵੇਖਣ ਨੂੰ ਮਿਲਦੀ ਹੈ। ਮਤਲਬ ਬਾਕੀ ਸਾਹਿਤਕ ਵੰਨਗੀਆਂ ਮੀਨਸ ਲਿਟਰੇਰੀ ਟਾਈਪਸ। ਮੇਰੀਆਂ ਭੁੱਲ ਯਾਦਾਂ ਕਿਤਾਬ ਦੇ ਲੇਖਕ ਗੁਰਬਖਸ਼ ਸਿੰਘ ਦਾ ਕਹਿਣਾ ਹੈ ਕਿ ਯਾਦਾਂ ਕੋਈ ਆਪ ਨਹੀਂ ਚੁਣਦਾ। ਕੋਸ਼ਿਸ਼ ਕੀਤਿਆਂ ਵੀ ਕੋਈ ਯਾਦ ਸਾਡੇ ਦਿਮਾਗ ਵਿੱਚ ਉਦੋਂ ਤੱਕ ਭੁੱਲ ਹੋਣ ਦਾ ਰੁਤਬਾ ਨਹੀਂ ਲੈ ਸਕਦੀ ਜਿੰਨਾ ਚਿਰ ਉਸ ਯਾਦ ਦੀ ਪ੍ਰਕਿਰਤੀ ਵਿੱਚ ਕੋਈ ਜਮਾਂਦਰੂ ਰੱਖਣਾ ਨਾ ਹੋਵੇ। ਮਤਲਬ ਵੀ ਉਹਦੇ 'ਚ ਕੋਈ ਸਟਰੋਂਗ ਡਿਜ਼ਾਇਰ ਨਾ ਹੋਵੇ। ਬੇਸਿਕਲੀ ਆਪਾਂ ਇਹ ਕਹਿ ਸਕਦੇ ਹਾਂ ਉਹਨਾਂ ਚਿਰ ਤੱਕ ਉਹ ਆਪਣੀ ਮੈਮਰੀ ਦਾ ਹਿੱਸਾ ਨਹੀਂ ਬਣ ਸਕਦੀ। ਇਹਦੇ ਬਾਅਦ ਆ ਜਾਂਦਾ ਯਾਦਾਂ ਕੌਣ ਲਿਖਦਾ ਹੈ। ਉਂਝ ਤਾਂ ਹਰ ਇਨਸਾਨ ਜ਼ਿੰਦਗੀ ਨਾਲ ਜੁੜਿਆ ਹੋਇਆ ਕੁਝ ਕੌੜੀਆਂ ਮਿੱਠੀਆਂ ਯਾਦਾਂ ਜ਼ਰੂਰ ਹੁੰਦੀਆਂ ਹਨ, ਪਰ ਯਾਦਾਂ ਲਿਖਣ ਵਾਲਾ ਯਾਦਾਂ ਲਿਖਣ ਦਾ ਵੱਲ ਕਿਸੇ ਨੂੰ ਹੀ ਆਉਂਦਾ। ਵੱਲ ਇੱਥੇ ਮਤਲਬ ਹੁੰਦਾ ਬਲ, ਜਾਂ ਆਪਾਂ ਕਹਿ ਸਕਦੇ ਹਾਂ ਸਕਿੱਲ। ਵੱਲ ਨੂੰ ਬਲ ਦੇ ਸਿਨੋਨਿਮਸਲੀ ਯੂਜ਼ ਕੀਤਾ ਜਾਂਦਾ। ਯਾਦਾਂ ਨੂੰ ਲਿਖਣ ਲਈ ਸੰਬੰਧਿਤ ਲੇਖਕ ਦੀ ਯਾਦ ਸ਼ਕਤੀ ਦਾ ਤੇਜ਼ ਹੋਣਾ ਜ਼ਰੂਰੀ ਹੈ। ਮਤਲਬ ਬੇਸਿਕਲੀ ਕਹਿ ਸਕਦੇ ਰਿਟੈਂਸ਼ਨ ਮੈਮਰੀ ਜਿਹੜੀ ਹੁੰਦੀ ਆ ਉਹ ਯਾਦ ਰਹਿਣੀ ਜ਼ਰੂਰੀ ਆ। ਉਹਨੂੰ ਐਗਜ਼ੈਕਟ ਇਨਸੀਡੈਂਟਸ ਐਗਜ਼ੈਕਟ ਡਿਟੇਲਸ ਯਾਦ ਹੋਣੀਆਂ ਚਾਹੀਦੀਆਂ ਮੈਮਰੀ ਲਿਖਣ ਵਾਸਤੇ। ਉਹਦੇ ਬਾਅਦ ਉਹ ਆਪਣੀ ਭਾਸ਼ਾ ਉੱਪਰ ਉਸਦੀ ਪਕੜ ਹੋਣੀ ਚਾਹੀਦੀ ਹੈ, ਪੱਕੀ ਅਤੇ ਭਾਸ਼ਾ ਉੱਤੇ ਪੱਕੀ ਅਤੇ ਪੀੜ੍ਹੀ ਹੋਣੀ ਚਾਹੀਦੀ ਹੈ। ਮਤਲਬ ਸਟਰੋਂਗ ਹੋਣਾ ਚਾਹੀਦਾ ਆਪਦੀ ਲੈਂਗੁਏਜ ਦੇ ਵਿੱਚ, ਸਟਰੋਂਗ ਔਰ ਸਕਿੱਲਫੁਲ। ਸਿਰਫ ਇੱਥੇ ਹੀ ਨਹੀਂ, ਬਸ ਆਪਣੀ ਯਾਦ ਨੂੰ ਰੋਚਕ ਅਤੇ ਪ੍ਰਭਾਵਸ਼ਾਲੀ ਮੀਨਸ ਇੰਟਰਸਟਿੰਗ ਐਂਡ ਇਫੈਕਟਿਵ ਬਣਾ ਕੇ ਰੱਖਣ ਦਾ ਢੰਗ ਵੀ ਉਸ ਕੋਲ ਹੋਣਾ ਲਾਜ਼ਮੀ ਹੈ। ਮਤਲਬ ਇਹ ਵੀ ਇੱਕ ਸਕਿੱਲ ਹੋਣੀ ਜ਼ਰੂਰੀ ਹੈ।
ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਹਰ ਗੱਲ ਯਾਦ ਹੋਣ ਦਾ ਦਰਜਾ ਨਹੀਂ ਰੱਖਦੀ, ਸਿਰਫ ਉਹੀ ਗੱਲ ਯਾਦ ਰੂਪ ਵਿੱਚ ਲਿਖੀ ਜਾਣੀ ਚਾਹੀਦੀ ਹੈ ਜਿਹੜੀ ਰੋਚਕ ਵੀ ਹੋਵੇ ਅਤੇ ਦੂਸਰਿਆਂ ਦੇ ਗਿਆਨ ਦਾ ਵਾਧਾ ਵੀ ਕਰਦੀ ਹੋਵੇ। ਮਤਲਬ ਬੇਸਿਕਲੀ ਇਹ ਕਹਿ ਰਿਹਾ ਕਿ ਹਰੇਕ ਜਿਹੜੀ ਤੁਹਾਡੀ ਉਸ ਮਤਲਬ ਯਾਦ ਆ ਉਹ ਮੈਮਰੀ ਨਹੀਂ ਬਣ ਸਕਦੀ। ਮੈਮਰੀ ਸਿਰਫ ਉਹੀ ਚੀਜ਼ ਬਣ ਸਕਦੀ ਹੈ ਜਿਹੜੀ ਇੱਕ ਤਾਂ ਇੰਟਰਸਟਿੰਗ ਹੋਵੇ ਔਰ ਦੂਸਰੀ ਉਹ ਇਨਫੋਰਮੇਟਿਵ ਹੋਵੇ, ਤਾਂ ਜੋ ਇਹਨੂੰ ਪੜ੍ਹ ਕੇ ਜਿਹੜਾ ਰੀਡਰ ਆ ਉਹਦੀ ਨੌਲੇਜ ਦੇ ਵਿੱਚ ਕੁਛ ਇਜ਼ਾਫਾ ਹੋਵੇ। ਇਸ ਲਈ ਚੋਣ ਕਰਨਾ ਲਾਜ਼ਮੀ ਹੁੰਦਾ ਹੈ। ਯਾਦਾਂ ਨੂੰ ਲਿਖਣ ਦਾ ਢੰਗ ਇਤਨਾ ਸਹਿਜ ਹੋਣਾ ਚਾਹੀਦਾ ਹੈ, ਸਹਿਜ ਮਤਲਬ ਸਿੰਪਲ, ਕਿ ਉਹਨਾਂ ਨੂੰ ਪੜ੍ਹਨ ਵਿੱਚ ਕਿਸੇ ਨੂੰ ਮੁਸ਼ਕਿਲ ਨਾ ਆਵੇ। ਅਤੇ ਹੁਣ ਆਪਾਂ ਪੜ੍ਹਾਂਗੇ ਗੁਰਬਖਸ਼ ਸਿੰਘ ਦੇ ਜੀਵਨ ਅਤੇ ਰਚਨਾ ਬਾਰੇ। ਗੁਰਬਖਸ਼ ਸਿੰਘ ਪੰਜਾਬੀ ਦੇ ਇੱਕ ਚਰਚਿਤ ਵਾਰਤਕਕਾਰ ਹੋਏ ਹਨ। ਵਾਰਤਕਾਰ ਮਤਲਬ ਵਾਰਤਕ ਲਿਖਣ ਵਾਲੇ। ਆਧੁਨਿਕ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਉਹਨਾਂ ਨੇ ਆਪਣੀ ਵਾਰਤਕ ਸ਼ੈਲੀ ਦੀ ਅਮਿੱਟ ਛਾਪ ਛੱਡੀ ਹੈ। ਵਾਰਤਕ ਸ਼ੈਲੀ ਮੀਨਸ ਵਾਰਤਕ ਲਿਖਣ ਦਾ ਸਟਾਈਲ। ਪੰਜਾਬੀ ਵਿੱਚ ਉਹਨਾਂ ਦੀਆਂ 2 ਦਰਜਨ ਤੋਂ ਵੱਧ ਵਾਰਤਕ ਮਤਲਬ ਮੋਰ ਦੈਨ 24 ਉਹਨਾਂ ਦੀਆਂ ਵਾਰਤਕ ਪੁਸਤਕਾਂ ਉਪਲਬਧ ਹਨ। ਵਾਰਤਕ ਤੋਂ ਇਲਾਵਾ ਰੁੱਖਾਂ ਦੀ ਜਿਰਾਂਦ, ਅਣਵਿਆਹੀ ਮਾਂ, ਸਿਰਲੇਖ ਹੇਠ ਉਹਨਾਂ ਦੇ 2 ਨਾਵਲ ਮੇਰੀ ਜੀਵਨ ਕਹਾਣੀ ਭਾਗ ਪਹਿਲਾ, ਮੰਜ਼ਿਲ ਦਿਸ ਪਈ ਭਾਗ ਦੂਜਾ, ਮੇਰੀ ਜੀਵਨ ਕਹਾਣੀ ਭਾਗ ਤੀਜਾ, 3 ਭਾਗਾਂ ਵਿੱਚ ਸਵੈ ਜੀਵਨੀ ਮਤਲਬ ਆਟੋਬਾਇਓਗ੍ਰਾਫੀ, 9-10 ਦੇ ਕਰੀਬ ਕਹਾਣੀ ਸੰਗ੍ਰਹਿ ਅਰਾਊਂਡ 9 to 10 ਉਹਨਾਂ ਦੇ ਕਹਾਣੀ ਸੰਗ੍ਰਹਿ, 5 ਪੰਜਾਬੀ ਨਾਟਕ ਪ੍ਰਕਾਸ਼ਿਤ ਹੋ ਚੁੱਕੇ ਹਨ। ਆਪਣਾ ਲੰਬਾ ਸਮਾਂ ਪ੍ਰੀਤ ਲੜੀ ਦੇ ਨਾਂ ਹੇਠ ਇੱਕ ਮਾਸਿਕ ਪੱਤਰਿਕਾ ਦਾ ਸੰਪਾਦਨ ਕਰਦੇ ਰਹੇ। ਪ੍ਰੀਤ ਲੜੀ ਇੱਕ ਮੈਗਜ਼ੀਨ ਦਾ ਨਾਮ ਸੀ। ਉਹ ਕਿਹੜੀ ਮੈਗਜ਼ੀਨ ਸੀ? ਮੰਥਲੀ ਮੈਗਜ਼ੀਨ ਸੀ, ਔਰ ਉਹਦੇ ਵਿੱਚ ਐਡੀਟਰ ਸਨ। ਅੱਜ ਤੱਕ ਨਿਰੰਤਰ ਛਪ ਕੇ ਰਹੀ ਹੈ। ਇਹਨਾਂ ਪੱਤਰਿਕਾ ਰਾਹੀਂ ਉਹਨਾਂ ਨੂੰ ਇਤਨੀ ਮਸ਼ਹੂਰੀ ਹੋਈ ਕਿ ਇਸ ਦਾ ਨਾਂ ਲੇਖਕ ਦੇ ਨਾਂ ਨਾਲ ਜੁੜ ਗਿਆ, ਭਾਵ ਉਹ ਗੁਰਬਖਸ਼ ਸਿੰਘ ਤੋਂ ਗੁਰਬਖਸ਼ ਸਿੰਘ ਪ੍ਰੀਤ ਲੜੀ ਬਣ ਗਿਆ। ਮਤਲਬ ਵੀ ਉਹ ਇੰਨੇ ਮਸ਼ਹੂਰ ਹੋਏ ਇਹ ਮੈਗਜ਼ੀਨ ਕਰਕੇ ਕਿ ਉਹਨਾਂ ਦਾ ਨਾਮ ਹੀ ਇਸ ਮੈਗਜ਼ੀਨ ਨਾਲ ਜੁੜ ਗਿਆ। ਇਹਦੇ ਬਾਅਦ ਲਿਖਿਆ ਕਿ ਆਪਣੀ ਨਵੇਕਲੀ ਵਾਰਤਕ ਸ਼ੈਲੀ ਕਰਕੇ ਆਪ, ਨਵੇਕਲੀ ਹੁੰਦੀ ਹੈ ਐਕਸਕਲੂਸਿਵ, ਇੱਕ ਸ਼ੈਲੀਕਾਰ ਵਜੋਂ ਜਾਣੇ ਜਾਂਦੇ। ਜ਼ਿਕਰਯੋਗ ਹੈ ਕਿ ਹਰ ਲੇਖਕ ਆਪਣਾ ਨਵੇਕਲਾ ਲਿਖਣ ਢੰਗ ਚਾਹੁੰਦਾ ਹੈ ਅਤੇ ਇਸ ਲਿਖਣ ਢੰਗ ਨੂੰ ਆਪਣੀ ਸ਼ੈਲੀ ਕਹਿੰਦਾ ਹੈ। ਸ਼ੈਲੀ ਮਤਲਬ ਸਟਾਈਲ। ਭਾਵੇਂ ਹਰ ਲੇਖਕ ਦੀ ਆਪਣੀ ਨਵੇਕਲੀ ਸ਼ੈਲੀ ਹੁੰਦੀ ਹੈ, ਪਰ ਹਰ ਲੇਖਕ ਸ਼ੈਲੀਕਾਰ ਨਹੀਂ ਅਖਵਾ ਸਕਦਾ। ਮਤਲਬ ਹਰੇਕ ਬੰਦੇ ਦੀ ਜਿਹੜੀ ਆਪਦੀ ਸਟਾਈਲ ਰਾਈਟਿੰਗ ਹੁੰਦੀ ਆ ਉਹ ਐਕਸਕਲੂਸਿਵ ਹੁੰਦੀ ਆ, ਪਰ ਫਿਰ ਵੀ ਉਹ ਆਪਾਂ ਕਹਿ ਸਕਦੇ ਸ਼ੈਲੀਕਾਰ ਨਹੀਂ ਕਹਿਲਾ ਸਕਦਾ, ਸਟਾਈਲਿਸਟ ਨਹੀਂ ਕਹਿ ਸਕਦਾ। ਸਿਰਫ ਉਹ ਲੇਖਕ ਹੀ ਸ਼ੈਲੀਕਾਰ ਦਾ ਰੁਤਬਾ ਹਾਸਿਲ ਕਰਦਾ ਹੈ ਜਿਸ ਦੀ ਸ਼ੈਲੀ ਇਤਨੀ ਪਰਪੱਕ ਅਤੇ ਪ੍ਰੌੜ ਹੋਵੇ। ਪਰਪੱਕ ਔਰ ਪ੍ਰੌੜ ਮੀਨਸ ਹਾਈਲੀ ਸਕਿਲਡ ਐਂਡ ਮੈਚਿਓਰ, ਜੋ ਦੂਸਰਿਆਂ ਦੀ ਸ਼ੈਲੀ ਨੂੰ ਪ੍ਰਭਾਵਿਤ ਕਰੇ, ਮਤਲਬ ਦੂਸਰਿਆਂ ਦੇ ਜਿਹੜਾ ਸਟਾਈਲ ਆ ਉਹਨੂੰ ਅਫੈਕਟ ਕਰੇ। ਪੰਜਾਬੀ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਇਹ ਮਾਣ ਪ੍ਰਾਪਤ ਹੈ। ਸ਼ੈਲੀ ਦੇ ਨਾਲ ਨਾਲ ਉਹ ਪ੍ਰਗਤੀਸ਼ੀਲ ਵਿਚਾਰ ਮੀਨਸ ਡਿਵੈਲਪਮੈਂਟਲ ਥਾਟਸ ਜਾਂ ਪ੍ਰੋਗਰੈਸਿਵ ਥਾਟਸ ਨੇ ਵੀ ਪਾਠਕ ਲੇਖਕਾਂ ਨੂੰ ਬਹੁਤ ਸੰਭਾਵਿਤ ਕੀਤਾ ਹੈ। ਮਤਲਬ ਰੀਡਰਸ ਔਰ ਰਾਈਟਰਸ ਨੂੰ ਉਹਨਾਂ ਨੇ ਕਾਫੀ ਹੱਦ ਤੱਕ ਅਫੈਕਟ ਕੀਤਾ।